ਗੁਰੂ ਇਤਿਹਾਸ ਨੂੰ ਤੇ ਗੁਰਬਾਣੀ ਨੂੰ ਤੋੜ ਕੇ ਦੇਖਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਫੈਲੇਸੀ ਆ। ਜਦ ਤੱਕ ਆਪਾਂ ਇਹਨੂੰ ਨਹੀਂ ਸੁਧਾਰਦੇ, ਜਦ ਤੱਕ ਆਪਾਂ ਇਹਨੂੰ ਨਹੀਂ ਸਮਝਦੇ ਕਿ ਇੱਥੇ ਕਿੱਥੇ ਗਲਤੀ ਹੋ ਰਹੀ ਆ, ਤਦ ਤੱਕ ਸਾਡੇ ਕੋਲੇ ਜਿਹੜਾ ਪ੍ਰੋਪਰ ਤਰੀਕੇ ਨਾਲ ਅਸੀਂ ਆਈਡੀਓਲੋਜੀਕਲ ਲੈਵਲ ਦੇ ਉੱਤੇ ਨਹੀਂ ਸਮਝ ਸਕਦੇ ਕਿ ਗੁਰੂ ਮਹਾਰਾਜ ਜੋ ਵੀ ਕਰ ਰਹੇ ਸੀ ਉਹਦੇ ਪਿੱਛੇ ਇੱਕ ਬਹੁਤ ਵੱਡੀ ਫਿਲਾਸਫੀ ਕੰਮ ਕਰ ਰਹੀ ਸੀਗੀ ਔਰ ਬਕਾਇਦਾ ਉਹ ਇੱਕ ਰਾਜ ਸਿਰਜ ਰਹੇ ਸੀ। ਉਸ ਰਾਜ ਨੂੰ ਸਮਝਣ ਦੇ ਲਈ ਜਦੋਂ ਬਾਰ-ਬਾਰ ਕਹਿੰਦੇ ਆ ਨਾ ਸਾਡਾ ਪਾਤਸ਼ਾਹੀ ਦਾਵਾ ਹੈ, ਉਸ ਪਾਤਸ਼ਾਹੀ ਦਾਅਵੇ ਨੂੰ ਸਮਝਣ ਦੇ ਲਈ ਗੁਰੂ ਇਤਿਹਾਸ, ਗੁਰਬਾਣੀ ਤੇ ਗੁਰੂ ਜੋਤ ਦੀ ਨਿਰੰਤਰਤਾ ਨੂੰ ਸਮਝਣਾ ਪਊਗਾ। ਸਾਡਾ ਮੈਂਟਲ ਸਟੇਬਿਲਿਟੀ ਕਿੰਨੀ ਕੁ ਰਹਿ ਗਈ ਉਹਨਾਂ ਸਿੱਖਾਂ ਦੇ ਮੁਕਾਬਲੇ ਜਿਹੜੇ ਕਿ ਸਾਰੀ ਦੀ ਸਾਰੀ ਜਿਹੜੀ ਕੌਮ ਆ ਉਹ ਇੱਕ ਤਰ੍ਹਾਂ ਨਾਲ ਖਤਮ ਹੋ ਗਈ ਆ। ਕੁਛ ਚੰਦ ਮੁੱਠੀ ਭਰ ਸਿੱਖ ਰਹਿ ਗਏ ਆ, ਉਹਨਾਂ ਦੇ ਨਾਲ ਵੀ ਖੜੇ ਹੋ ਕੇ ਉਹ ਅਰਦਾਸ ਕਰ ਰਹੇ ਆ ਔਰ ਕਹਿੰਦੇ ਆ ਰਾਜ ਕਰੇਗਾ ਖਾਲਸਾ। ਹੁਣ ਐਸੀ ਜਿਹੜੀ ਮੈਂਟਲ ਸਟੇਬਿਲਿਟੀ ਆ ਉਹ ਆਉਂਦੀ ਕਦੋਂ ਆ? ਉਹ ਆਉਂਦੀ ਉਦੋਂ ਆ ਜਦੋਂ ਗੁਰੂ ਮਹਾਰਾਜ ਨੇ ਜਿਸ ਤਰੀਕੇ ਦਾ ਖਾਲਸਾ ਸਿਰਜਿਆ, ਜਿੰਨੀ ਉਹਦੀ ਟ੍ਰੇਨਿੰਗ ਹੋਈ, ਉਸ ਟ੍ਰੇਨਿੰਗ ਨੂੰ ਅਸੀਂ ਚੈੱਕਲਿਸਟ ਦੀ ਤਰ੍ਹਾਂ ਵਰਤੀਏ। ਜਿਸ ਬੰਦੇ ਨੂੰ ਇਹ ਸਮਝ ਲੱਗ ਗਿਆ ਕਿ ਜਿੰਨਾ ਕਿ ਮੈਂ ਟੈਂਪਰੇਰੀ ਆ ਉਹਨਾਂ ਕਿ ਸਾਹਮਣੇ ਵਾਲਾ ਟੈਂਪਰੇਰੀ ਆ, ਉਹਨਾਂ ਕੀ ਹੋਰ ਬੰਦੇ ਟੈਂਪਰੇਰੀ ਆ, ਚਾਹੇ ਉਹ ਕਿਸੇ ਜਗ੍ਹਾ ਦੀ ਕੋਈ ਰਾਣੀ ਹੋਵੇ, ਚਾਹੇ ਕਿਸੇ ਜਗ੍ਹਾ ਦਾ ਕੋਈ ਰਾਜਾ ਹੋਵੇ, ਚਾਹੇ ਕੋਈ ਵੀ ਹੋਵੇ, ਉਹਨੇ ਇੱਥੋਂ ਜਾਣਾ ਹੀ ਜਾਣਾ ਔਰ ਉਹਦੇ ਜਾਣ ਤੋਂ ਬਾਅਦ ਹਸ਼ਰ ਜੋ ਉਹਦਾ ਹੋਣਾ ਉਹੀ ਮੇਰਾ ਹਸ਼ਰ ਹੋਣਾ। ਤਾਂ ਫਿਰ ਉਹਦੇ ਵਿੱਚ ਹੰਕਾਰ ਨਹੀਂ ਰਹਿੰਦਾ ਕਿਉਂਕਿ ਨਾ ਤਾਂ ਉਹ ਪਾਵਰ ਪਿੱਛੇ ਭੱਜਦਾ, ਨਾ ਉਹ ਇਸ ਪਾਵਰ ਨੂੰ ਥਿਰ ਮੰਨਦਾ। ਅਸੀਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਦੇ ਵਿੱਚ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਜੇ ਕੋਈ ਹੈਲਪ ਮੈਂ ਕਰ ਸਕਦਾ ਤਾਂ ਮੈਂ ਜ਼ਰੂਰ ਕਰਾਂ, ਕਿਉਂਕਿ ਇੱਕ ਸਿੱਖ ਨੂੰ ਟ੍ਰੇਨਿੰਗ ਹੀ ਇਹ ਮਿਲੀ ਆ, ਗੁਰੂ ਮਹਾਰਾਜ ਦੇ ਰਾਜ ਦੇ ਵਿੱਚ ਟ੍ਰੇਨਿੰਗ ਹੀ ਇਹ ਮਿਲੀ ਆ ਕਿ ਤੁਸੀਂ ਰਾਜੇ ਹੋ ਤੇ ਜਿਹੜਾ ਕੋਈ ਤੁਹਾਡੇ ਰਾਜ ਦੇ ਵਿੱਚ ਦੁਖੀ ਆ ਫਿਰ ਤੁਸੀਂ ਚੰਗੇ ਰਾਜੇ ਨਾ ਹੋਏ। ਤਾਂ ਇਹ ਗੁਰੂ ਮਹਾਰਾਜ ਨੇ ਸਾਡੀ ਟ੍ਰੇਨਿੰਗ ਕਰਾਈ ਆ। वर्ल्ड्स नंबर 1 सिख मीडिया अकाल चैनल दा सिक्खी ते आधारित बेहद ही हरमन प्यारा प्रोग्राम किरदारे खालसा अकाल चैनल दे नाल हुण पॉडकास्ट दे होर नेटवर्क स्पॉटिफाई, गूगल पॉडकास्ट, एमेजन ऑडिबल अते एप्पल पॉडकास्ट ते भी उपलब्ध है। वधेरे जानकारी लई डिस्क्रिप्शन दे विच दिते गए लिंक ते क्लिक करो जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਪਿਛਲੇ ਐਪੀਸੋਡ ਤੱਕ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹ ਦੋ ਬਹੁਤ ਅਹਿਮ ਮੁੱਦੇ ਸੀ ਜੋ ਗੁਰੂ ਮਹਾਰਾਜ ਨੇ, ਗੁਰੂ ਰਾਮਦਾਸ ਪਾਤਸ਼ਾਹ ਨੇ ਬਕਾਇਦਾ ਅੰਮ੍ਰਿਤਸਰ ਦੀ ਧਰਤੀ ਤੋਂ ਜਿਹੜੇ ਆਪਣੇ ਸਿੱਖ ਸੰਗਤ ਨੂੰ ਕਦੀ ਮਸੰਦ ਤੇ ਮੰਜੀਦਾਰਾਂ ਦੇ ਰੂਪ ਦੇ ਵਿੱਚ, ਕਦੀ ਵੈਸੇ ਸਿੱਖ ਸੰਗਤ ਨੂੰ ਉਹਨਾਂ ਨੇ ਉਪਦੇਸ਼ ਦਿੱਤੇ ਨੇ। ਉਹ ਦੋ ਗੱਲਾਂ ਕਰਨੀਆਂ ਬਹੁਤ ਇੰਪੋਰਟੈਂਟ ਸੀਗੀਆਂ ਕਿਉਂਕਿ ਇੱਕ ਤਾਂ ਮੰਜੀਦਾਰਾਂ ਦੇ ਬਾਰੇ ਉਹ ਗੱਲ ਕਰਦੇ ਨੇ ਕਿ ਕੰਮ ਕਿੱਦਾਂ ਚਲਾਉਣਾ ਚਾਹੀਦਾ, ਉਹਦੇ ਬਾਰੇ ਉਹਨਾਂ ਨੇ ਦੱਸਿਆ, ਔਰ ਦੂਸਰੀ ਗੱਲ ਜਿਹੜੀ ਸੀਗੀ ਉਹ ਧੜਿਆਂ ਬਾਰੇ ਉਹਨਾਂ ਨੇ ਕੀਤੀ। ਇਹ ਦੋਨੋਂ ਹੀ ਗੱਲਾਂ ਸਾਨੂੰ ਸਮਝਣੀਆਂ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਕੰਟੈਕਸਟ ਵਿੱਚ ਸਮਝਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਸਾਡੀ ਪ੍ਰੋਬਲਮ ਇਹ ਹੋ ਗਈ ਕਿ ਅਸੀਂ ਆਪਣੇ ਜਿਹੜੇ ਆਪਣਾ ਇਤਿਹਾਸ ਹੈ ਜੋ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ, ਕਿਹੜੇ ਵੇਲੇ ਉਹਨਾਂ ਨੇ ਕੀ ਉਪਦੇਸ਼ ਦਿੱਤੇ, ਸਾਨੂੰ ਉਹ ਭੁੱਲ ਹੀ ਗਿਆ ਔਰ ਅਸੀਂ ਆਪਣੇ ਗੁਰੂਆਂ ਦਾ ਇਤਿਹਾਸ ਜਿਹੜਾ ਗੁਰੂ ਜੋਤ ਦੀ ਤੇ ਗੁਰੂ ਬਾਣੀ ਦੀ ਜਿਹੜੀ ਨਿਰੰਤਰਤਾ ਹੈ, ਗੁਰੂ ਇਤਿਹਾਸ ਦੀ ਨਿਰੰਤਰਤਾ ਹੈ, ਉਸ ਨੂੰ ਅਸੀਂ ਸਮਝਿਆ ਨਹੀਂ। ਅਸੀਂ ਗੁਰੂਆਂ ਨੂੰ ਅਲੱਗ-ਅਲੱਗ ਕਰਕੇ ਸਮਝਣਾ ਸ਼ੁਰੂ ਕੀਤਾ, ਦੇਖਣਾ ਸ਼ੁਰੂ ਕੀਤਾ ਔਰ ਇਹਦੇ 'ਚ ਗਲਤੀ ਜਿਹੜੀ ਆ ਉਹ ਸੰਗਤ ਦੀ ਤਾਂ ਨਹੀਂ ਹੈਗੀ, ਥੋੜ੍ਹੀ ਬਹੁਤ ਹੈਗੀ ਵੀ ਆ ਕਿਉਂਕਿ ਸੰਗਤ ਨੂੰ ਖੁਦ ਵੀ ਸਮਝਣਾ ਚਾਹੀਦਾ ਸੀ, ਪੜ੍ਹੇ ਲਿਖੇ ਸੀ ਆਪਾਂ। ਪਰ ਜਿਹੜਾ ਸਾਡਾ ਪ੍ਰਚਾਰ ਹੈ ਉਹ ਮੈਂ ਸਮਝਦੀ ਹਾਂ, ਹੋ ਸਕਦਾ ਮੈਂ ਗਲਤ ਹੋਵਾਂ, ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਮਾਫ਼ ਕਰਿਓ ਜੇ, ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਸਾਡਾ ਪ੍ਰਚਾਰ ਹੈ ਉਹ ਬਹੁਤ ਜ਼ਿਆਦਾ ਅਸੀਂ ਸਾਖੀਆਂ ਵਾਲੇ ਪਾਸੇ ਹੀ ਰੱਖਿਆ। ਅਸੀਂ ਜਿਹੜਾ ਉਹਨਾਂ ਦਾ ਆਈਡੀਓਲੋਜੀਕਲ ਆਧਾਰ ਹੈ ਉਹਨੂੰ ਸਮਝਣ ਵੱਲ ਅਸੀਂ ਕਦੀ ਗਏ ਨਹੀਂ। ਅਸੀਂ ਔਰ ਸਾਖੀਆਂ ਸੁਣਨਾ, ਸਾਖੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਉਸ ਤੋਂ ਬਿਨਾਂ ਵੀ, ਕਿਉਂਕਿ ਸਿੱਖ ਇਤਿਹਾਸ ਤੋਂ ਬਿਨਾਂ ਵੀ ਗੱਲ ਸਾਡੀ ਗਤੀ ਨਹੀਂ ਹੋਣੀ। ਪਰ ਸਿੱਖ ਇਤਿਹਾਸ ਤੇ ਗੁਰਬਾਣੀ, ਗੁਰੂ ਇਤਿਹਾਸ ਤੇ ਗੁਰਬਾਣੀ ਇਹ ਨਿਰੰਤਰਤਾ ਦੇ ਵਿੱਚ ਹੀ ਪੜ੍ਹੀ ਜਾਏ ਤਾਂ ਹੀ ਉਹਦਾ ਮਤਲਬ ਸਮਝ ਆਉਂਦਾ, ਤਾਂ ਹੀ ਉਹ ਸਮਝਿਆ ਜਾ ਸਕਦਾ ਕਿ 10ਵੇਂ ਪਾਤਸ਼ਾਹ ਅਚਾਨਕ ਇੱਕ ਦਿਨ ਉੱਠ ਕੇ ਤੇ 5 ਸਿਰ ਕਿਉਂ ਮੰਗ ਲੈਂਦੇ ਆ, ਫਿਰ ਹੀ ਸਮਝਿਆ ਜਾਊਗਾ। ਕਿਉਂਕਿ ਜੇ ਆਪਾਂ ਇਹਨੂੰ ਆਈਸੋਲੇਸ਼ਨ ਵਿੱਚ ਸਮਝਾਂਗੇ, ਆਈਸੋਲੇਸ਼ਨ ਵਿੱਚ ਪੜ੍ਹਾਂਗੇ ਤਾਂ ਸਾਨੂੰ ਇਹ ਸਮਝ ਲੱਗੂਗੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਦਾਸੀਆਂ ਕੀਤੀਆਂ,
ਗੁਰੂ ਅੰਗਦ ਦੇਵ ਮਹਾਰਾਜ ਨੇ ਬਸ ਅਖਾੜੇ ਮੱਲ ਅਖਾੜੇ ਚਲਾਤੇ, ਉਹਨਾਂ ਨੇ ਗੁਰਮੁਖੀ ਦਾ ਜਿਹੜਾ ਹੈਗਾ ਉਹਦੀ ਤਰਤੀਬ ਦੇ ਦਿੱਤੀ। ਗੁਰੂ ਅਮਰਦਾਸ ਪਾਤਸ਼ਾਹ ਨੇ ਆਹ ਕਰ ਲਿਆ, ਗੁਰੂ ਰਾਮਦਾਸ ਮਹਾਰਾਜ ਨੇ ਆਹ ਕਰ ਲਿਆ। ਸਾਨੂੰ ਸਾਰਿਆਂ ਦਾ ਵੱਖਰਾ ਵੱਖਰਾ ਦੇਖਾਂਗੇ ਨਾ ਤਾਂ ਸਾਡੇ 'ਚ ਬਹੁਤ ਸਾਰੀਆਂ ਕਨਫਿਊਜ਼ਨਸ ਆ ਜਾਣਗੀਆਂ। ਸਾਨੂੰ ਇਹ ਸਮਝ ਨਹੀਂ ਆਉਣੀ ਕਿ ਜਦੋਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ ਤੇ ਜਦੋਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ, ਉਹਦੇ ਵਿੱਚ ਆਪਸ 'ਚ ਕਨੈਕਸ਼ਨ ਕੀ ਆ। ਔਰ ਇਹਨਾਂ ਦੋਵਾਂ ਸ਼ਹੀਦੀਆਂ ਦੇ ਵਿੱਚੋਂ ਦੀ ਜਦੋਂ ਗੁਰੂ ਪਾਤਸ਼ਾਹ ਜਦੋਂ 10ਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਨੂੰ ਗ੍ਰੰਥ ਦੇ ਲੜ ਲਾਉਂਦੇ ਨੇ ਤਾਂ ਉਹਦਾ ਆਧਾਰ ਕੀ ਆ। ਸਾਨੂੰ ਫਿਰ ਆਈਸੋਲੇਸ਼ਨ 'ਚ ਲੱਗਣਾ ਸ਼ੁਰੂ ਹੋ ਜਾਊਗਾ। ਔਰ ਇਹੋ ਜਿਹੀ ਆਈਸੋਲੇਸ਼ਨ ਦੇ ਵਿੱਚ ਜਿਹੜਾ ਛੱਡਣਾ ਹੈਗਾ ਉਹ ਨੌਨ ਸਿੱਖ ਜਿਹੜੇ ਸਿੱਖੀ ਨੂੰ ਬਾਹਰੋਂ ਸਮਝਣ ਦੀ ਕੋਸ਼ਿਸ਼ ਕਰਦੇ ਨੇ ਜਾਂ ਸ਼ਾਇਦ ਸਮਝਦੇ ਵੀ ਨਹੀਂ, ਜਿਹੜੇ ਸਿਰਫ ਗੁਰੂ ਧਾਮਾਂ ਨੂੰ ਪਿਕਨਿਕ ਸਪੌਟ ਵਾਂਗੂ ਆ ਕੇ ਦੇਖਣ ਦੇ ਇੱਛੁਕ ਹੁੰਦੇ ਨੇ, ਉਹਨਾਂ ਨੂੰ ਤਾਂ ਇਹ ਮਾਫੀ ਦਿੱਤੀ ਜਾ ਸਕਦੀ ਹੈ ਕਿ ਚਲੋ ਜਿੱਦਾਂ ਉਹਨਾਂ ਦਾ ਦਿਲ ਕਰਦਾ ਉਹ ਸਮਝੀ ਜਾਂਦੇ ਆ, ਠੀਕ ਆ, ਜਿੰਨੀ ਕੁ ਉਹਨਾਂ ਦੀ ਸਮਝ ਆਉਂਦੀ ਆ। ਪਰ ਇੱਕ ਗੁਰਸਿੱਖ ਦੇ ਲਈ, ਇੱਕ ਸਿੱਖ ਦੇ ਲਈ ਇਸ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਤੋੜ ਕੇ ਦੇਖਣਾ, ਗੁਰੂ ਇਤਿਹਾਸ ਨੂੰ ਤੇ ਗੁਰਬਾਣੀ ਨੂੰ ਤੋੜ ਕੇ ਦੇਖਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਫੈਲੇਸੀ ਆ। ਜਦ ਤੱਕ ਆਪਾਂ ਇਹਨੂੰ ਨਹੀਂ ਸੁਧਾਰਦੇ, ਜਦ ਤੱਕ ਆਪਾਂ ਇਹਨੂੰ ਨਹੀਂ ਸਮਝਦੇ ਕਿ ਇੱਥੇ ਕਿੱਥੇ ਗਲਤੀ ਹੋ ਰਹੀ ਆ, ਤਦ ਤੱਕ ਸਾਡੇ ਕੋਲੇ ਜਿਹੜਾ ਪ੍ਰੋਪਰ ਤਰੀਕੇ ਨਾਲ ਅਸੀਂ ਆਈਡੀਓਲੋਜੀਕਲ ਲੈਵਲ ਦੇ ਉੱਤੇ ਨਹੀਂ ਸਮਝ ਸਕਦੇ ਕਿ ਗੁਰੂ ਮਹਾਰਾਜ ਜੋ ਵੀ ਕਰ ਰਹੇ ਸੀ ਉਹਦੇ ਪਿੱਛੇ ਇੱਕ ਬਹੁਤ ਵੱਡੀ ਕਹਿ ਲਓ ਕਿ ਇੱਕ ਫਿਲਾਸਫੀ ਕੰਮ ਕਰ ਰਹੀ ਸੀਗੀ ਔਰ ਬਕਾਇਦਾ ਉਹ ਇੱਕ ਰਾਜ ਸਿਰਜ ਰਹੇ ਸੀ। ਉਸ ਰਾਜ ਨੂੰ ਸਮਝਣ ਦੇ ਲਈ ਜਦੋਂ ਬਾਰ-ਬਾਰ ਕਹਿੰਦੇ ਆ ਨਾ ਸਾਡਾ ਪਾਤਸ਼ਾਹੀ ਦਾਵਾ ਹੈ, ਉਸ ਪਾਤਸ਼ਾਹੀ ਦਾਅਵੇ ਨੂੰ ਸਮਝਣ ਦੇ ਲਈ ਗੁਰੂ ਇਤਿਹਾਸ, ਗੁਰਬਾਣੀ ਤੇ ਗੁਰੂ ਜੋਤ ਦੀ ਨਿਰੰਤਰਤਾ ਨੂੰ ਸਮਝਣਾ ਪਊਗਾ। ਇਹ ਗੱਲ ਬਾਰ-ਬਾਰ ਮੈਂ ਬੋਲਦੀ ਰਹੂੰਗੀ, ਤੁਸੀਂ ਸੁਣਦੇ ਰਹੋ ਔਰ ਇਸ ਗੱਲ ਦੇ ਨੂੰ ਆਪਣੇ ਅੰਦਰ ਵਸਾ ਲਓ ਕਿ ਕਦੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਨਹੀਂ ਸੋਚ ਸਕਦੇ ਆਪਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ 5 ਸਿਰ ਮੰਗੇ ਉਹਦੇ ਵਿੱਚ ਗੁਰੂ ਨਾਨਕ ਕਦੇ ਪ੍ਰੈਜ਼ੈਂਟ ਨਹੀਂ ਸੀ। ਉਹ ਅਸਲ 'ਚ ਗੁਰੂ ਨਾਨਕ ਹੀ ਮੰਗ ਰਹੇ ਨੇ ਕਿਉਂਕਿ ਗੁਰੂ ਨਾਨਕ ਨੇ ਹੀ ਉਹਦੇ ਜਿਹੜੇ ਪੂਰਨੇ ਪਾਏ ਹੋਏ ਆ। ਸੋ ਇਸ ਕਰਕੇ ਨਾ ਸਾਨੂੰ ਆਪਣੇ ਪੂਰੇ ਗੁਰਬਾਣੀ ਔਰ ਗੁਰੂ ਇਤਿਹਾਸ ਨੂੰ ਦੇ ਵਿੱਚ ਜਿਹੜੀ ਫਿਲੋਸਫੀਕਲ ਆਈਡੀਓਲੋਜੀਕਲ ਚੀਜ਼ਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪਊਗੀ। ਉਸ ਤੋਂ ਬਿਨਾਂ ਸਾਡਾ ਜਿਹੜਾ ਉਹ ਪਾਰ ਪੈਣਾ ਨਹੀਂ, ਸਾਡਾ ਨਿਬੇੜਾ ਹੋਣਾ ਨਹੀਂ। ਸੋ ਇਸ ਕਰਕੇ ਜਿਹੜੇ ਮੈਂ ਪਿਛਲੇ ਜਿਹੜੇ 2 ਐਪੀਸੋਡ ਲਾਏ ਆ ਉਹ ਸਿਰਫ ਦੋ ਘਟਨਾਵਾਂ ਦੇ ਉੱਤੇ, ਇੱਕ ਤਾਂ ਉਹ ਧੜਿਆਂ ਦੀ ਗੱਲ ਕਰ ਰਹੇ ਨੇ ਔਰ ਇੱਕ ਜਿੱਥੇ ਉਹ ਮੰਜੀਦਾਰਾਂ ਨੂੰ ਗੁਰੂ ਘਰ ਦਾ ਕੰਮ ਕਿੱਦਾਂ ਕਰਨਾ ਉਹਦਾ ਉਪਦੇਸ਼ ਦੇ ਰਹੇ ਨੇ। ਤਾਂ ਉਹਦੇ ਉੱਤੇ ਇੰਨਾ ਲੰਬਾ ਮੈਨੂੰ ਡਿਸਕਸ਼ਨ ਇਸ ਕਰਕੇ ਕਰਨੀ ਪਈ ਕਿਉਂਕਿ ਇੱਕ ਤਾਂ ਇਸ ਚੀਜ਼ ਨੂੰ ਬਹੁਤਾ ਜ਼ਿਆਦਾ ਚਰਚਾ ਦੇ ਵਿੱਚ ਲਿਆਇਆ ਨਹੀਂ ਗਿਆ, ਇੱਕ ਤਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਅਸੀਂ ਸੁਣਿਆ ਨਹੀਂ ਜਾਂ ਕਹਿ ਲਓ ਕਿ ਸੁਣਾਇਆ ਨਹੀਂ ਗਿਆ। ਉਹਦਾ ਰੀਜ਼ਨ ਇਹ ਆ ਕਿਉਂਕਿ ਉਹ ਸਾਖੀ ਰੂਪ 'ਚ ਸਾਹਮਣੇ ਨਹੀਂ ਆਇਆ ਤੇ ਅਸੀਂ ਸਾਖੀਆਂ ਨੂੰ ਵੱਖਰਾ ਕਰ ਲਿਆ ਤੇ ਗੁਰਬਾਣੀ ਨੂੰ ਵੱਖਰਾ ਕਰ ਲਿਆ। ਹੋਣਾ ਇਹ ਚਾਹੀਦਾ ਸੀ ਕਿ ਸਾਖੀਆਂ ਨੂੰ ਗੁਰਬਾਣੀ ਦੀ ਓਟ ਆਸਰਾ ਲੈ ਕੇ ਹੀ ਪੜ੍ਹਨਾ ਚਾਹੀਦਾ ਸੀ ਕਿ ਕੋਈ ਵੀ ਸਾਖੀ ਆਪਾਂ ਸੁਣ ਰਹੇ ਹਾਂ ਉਹਦੇ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਕਹਿੰਦੇ ਨੇ, ਗੁਰਬਾਣੀ 'ਚ ਕੀ ਫਰਮਾਉਂਦੇ ਨੇ, ਫਿਰ ਪੜ੍ਹਨਾ ਚਾਹੀਦਾ ਸੀ। ਹੁਣ ਜਿਹੜੀ ਅੱਜ ਦਾ ਐਪੀਸੋਡ ਹੈ ਉਹਦੇ ਵਿੱਚ ਆਪਾਂ ਗੁਰੂ ਮਹਾਰਾਜ ਨੇ ਜਿਹੜਾ ਸੱਚਿਆਰ ਮਨੁੱਖ ਘੜਿਆ ਉਹ ਕਿਸ ਤਰੀਕੇ ਨਾਲ ਘੜਿਆ ਉਹਦੇ ਬਾਰੇ ਆਪਾਂ ਅੱਜ ਦਾ ਐਪੀਸੋਡ ਤੇ ਇੱਕ ਐਪੀਸੋਡ ਹੋਰ ਲੱਗੂਗਾ। ਇਹ 2 ਐਪੀਸੋਡਸ ਦੇ ਵਿੱਚ ਆਪਾਂ ਇਹ ਗੱਲ ਖਤਮ ਕਰਾਂਗੇ ਕਿ ਉਹਨਾਂ ਨੇ ਸੱਚਿਆਰ ਮਨੁੱਖ ਦੀ ਜਿਹੜੀ ਘਾੜਨਾ ਉਹ ਘੜੀ ਕਿੱਦਾਂ। ਆਪਾਂ ਇਹ ਦੇਖਣਾ ਔਰ ਜਦੋਂ ਆਪਾਂ ਇਹਦੇ ਬਾਰੇ ਗੱਲ ਕਰ ਰਹੇ ਹਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਗੁਰੂ ਰਾਮਦਾਸ ਮਹਾਰਾਜ ਦੇ ਟਾਈਮ ਤੱਕ, ਦੇਖੋ ਗੁਰੂ ਨਾਨਕ ਸਾਹਿਬ ਦੇ ਟਾਈਮ ਤੱਕ ਇਹੀ ਲੋਕ ਉਹ ਨੇ ਜਿਹੜੇ ਕੁੱਟੇ ਜਾ ਰਹੇ ਨੇ, ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ, ਧਰਮ ਦੇ ਨਾਮ ਦੇ ਉੱਪਰ ਵੀ ਲੁੱਟਿਆ ਜਾ ਰਿਹਾ, ਵੈਸੇ ਵੀ ਲੁੱਟਿਆ ਜਾ ਰਿਹਾ, ਧਾੜਵੀ ਵੀ ਆ ਕੇ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਨੇ, ਜਿਹੜੇ ਘਰ ਦੇ ਵਿੱਚ ਬੈਠੇ ਨੇ ਉਹ ਵੀ ਲੁੱਟ ਰਹੇ ਨੇ। ਕਦੀ ਉਹਨਾਂ ਨੂੰ ਸ਼ੂਦਰ ਕਹਿ ਕੇ ਦਤਕਾਰਿਆ ਜਾਂਦਾ, ਕਦੀ ਉਹਨਾਂ ਨੂੰ ਕਿਸੇ ਤਰੀਕੇ ਨਾਲ, ਕਦੀ ਉਹਨਾਂ ਨੂੰ ਕਰਮ ਕਾਂਡਾਂ ਦੇ ਚੱਕਰ 'ਚ ਪਾ ਕੇ ਲੁੱਟਿਆ ਜਾਂਦਾ। ਸੋ ਹਰ ਤਰੀਕੇ ਨਾਲ ਉਹਨਾਂ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਆ, ਕੁੱਟੇ ਜਾ ਰਹੇ ਨੇ। ਇਸ ਗੱਲ ਨੂੰ ਧਿਆਨ ਨਾਲ ਦੇਖੀਏ ਔਰ ਬਕਾਇਦਾ ਉਹ ਲੋਕ ਜਿਹੜੇ ਨੇ ਉਹ ਉੱਥੇ ਜਾ ਕੇ ਔਰ ਜਦੋਂ ਕਰਮ ਕਾਂਡਾਂ 'ਚ ਫਸਦੇ ਨੇ ਤਾਂ ਉਹ ਬੇਸਿਕਲੀ ਤਾਂ ਉੱਥੇ ਕੁਛ ਮੰਗਣ ਹੀ ਗਏ ਨੇ ਨਾ, ਉਹਨਾਂ ਦੀਆਂ ਕੁਛ ਜ਼ਰੂਰਤਾਂ ਨੇ ਜਿਹੜੀਆਂ ਉਹ ਪੂਰੀਆਂ ਕਰਾਉਣ ਗਏ ਨੇ। ਚਾਹੇ ਉਹ ਇਹ ਕਹਿਣ ਕਿ ਮੇਰੇ ਘਰ ਜੀ ਮੁੰਡਾ ਨਹੀਂ ਹੁੰਦਾ, ਚਾਹੇ ਉਹ ਇਹ ਕਹਿਣ ਕਿ ਜੀ ਪੰਡਿਤ ਜੀ ਆ ਵੇਖਿਓ ਮੈਂ ਕੀ ਕਰਾਂ, ਮੇਰੀ ਮੱਝ ਜਿਹੜੀ ਆ ਉਹ ਦੁੱਧ ਨਹੀਂ ਦਿੰਦੀ, ਫਿਰ ਉਹ ਫੂਕ ਮਾਰ ਕੇ, ਪੇੜੇ ਨੂੰ ਫੂਕ ਮਾਰ ਕੇ ਦਿੰਦੇ ਹੁੰਦੇ ਸੀ ਤਾਂ ਉਹ ਲੈ ਕੇ ਆਉਂਦੇ ਆ। ਕਿਸੇ ਵੀ ਤਰੀਕੇ ਨਾਲ ਉਹ ਲੋਕ ਜਿਹੜੇ ਆਪ ਮੰਗਦੇ ਸੀ ਕਿਸੇ ਤਰ੍ਹਾਂ ਦੀ, ਚਾਹੇ ਉਹ ਰਹਿਮਤ ਮੰਗਦੇ ਹੋਣ, ਚਾਹੇ ਉਹ ਧਾੜਵੀਆਂ ਦੇ ਸਾਹਮਣੇ ਲਿਲਕੜੀਆਂ ਕੱਢਦੇ ਹੋਣ ਕਿ ਸਾਨੂੰ ਕੁੱਟੋ ਨਾ, ਸਾਨੂੰ ਮਾਰੋ ਨਾ ਕਿਉਂਕਿ ਸਾਡੀ ਰੋਟੀ ਪਾਣੀ ਦਾ ਗੁਜ਼ਾਰਾ ਨਹੀਂ ਹੁੰਦਾ। ਸੋ ਕਿਸੇ ਵੀ ਤਰੀਕੇ ਨਾਲ ਉਹ ਲੋਕ
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਉਂਦੇ ਨੇ ਤਾਂ ਉਹਨਾਂ ਲੋਕਾਂ ਨੂੰ ਉਹ ਜਗਾਉਂਦੇ ਆ, ਉਹਨਾਂ ਲੋਕਾਂ ਨੂੰ ਉਹ ਦੱਸਦੇ ਆ ਕਿ ਜੇ ਤੁਹਾਡੇ ਪੱਲੇ ਇੱਜ਼ਤ ਹੀ ਨਹੀਂ, ਜੇ ਤੁਹਾਡੇ ਪੱਲੇ ਪੱਤ ਹੀ ਨਹੀਂ ਤਾਂ ਐਸੇ ਜੀਣ ਦਾ ਫਾਇਦਾ ਕੀ ਆ। ਗੁਰੂ ਮਹਾਰਾਜ ਉਹਨਾਂ ਨੂੰ ਲਲਕਾਰਦੇ ਨੇ ਔਰ ਹੁਣ ਉਸ ਤੋਂ ਬਾਅਦ ਫਿਰ ਉਹਨਾਂ ਦੀ ਟ੍ਰੇਨਿੰਗ ਹੁੰਦੀ ਆ। ਸਿਰਫ ਉਹਨਾਂ ਨੂੰ ਇਹ ਨਹੀਂ ਕਿ ਉਹਨਾਂ ਨੂੰ ਤਾਨਾ ਜਿਹਾ ਮਾਰ ਕੇ ਤੇ ਉਹਨਾਂ ਨੂੰ ਪਾਸੇ ਛੱਡ ਕੇ ਜਿੱਦਾਂ ਅੱਜ ਕੱਲ੍ਹ ਆਮ ਲੋਕ ਕਰਦੇ, ਇੱਦਾਂ ਦਾ ਨਹੀਂ। ਬਕਾਇਦਾ ਉਹਨਾਂ ਨੂੰ ਉਹਨਾਂ ਦੀ ਰੂਹ ਨੂੰ ਝੰਜੋੜ ਕੇ, ਉਹਨਾਂ ਦੀ ਰੂਹ ਨੂੰ ਹਲੂਣਾ ਦੇ ਕੇ ਉਹ ਜਗਾਉਂਦੇ ਨੇ ਕਿ ਭਾਈ ਤੁਸੀਂ ਵੇਖੋ ਤਾਂ ਸਹੀ ਤੁਹਾਡੇ ਨਾਲ ਹੋ ਕੀ ਰਿਹਾ। ਔਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਫਿਰ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਤੱਕ ਆਉਂਦੇ ਆਉਂਦੇ ਉਹਨਾਂ ਦੀ ਇੱਕ ਟ੍ਰੇਨਿੰਗ ਚੱਲਦੀ ਆ। ਉਹਨਾਂ ਨੂੰ ਫਿਜ਼ੀਕਲੀ ਵੀ ਸਟਰੋਂਗ ਬਣਾਇਆ ਜਾਂਦਾ ਮੱਲ ਅਖਾੜਿਆਂ ਦੇ ਰੂਪ ਦੇ ਵਿੱਚ। ਇਹ ਗੱਲ ਆਪਾਂ ਆਲਰੇਡੀ ਕਰ ਚੁੱਕੇ ਕਿ ਜਦੋਂ ਤੁਸੀਂ ਫਿਜ਼ੀਕਲੀ ਸਟਰੋਂਗ ਹੋ ਜਾਂਦੇ ਆ, ਫਿਜ਼ੀਕਲੀ ਸਟਰੋਂਗ ਹੋਣ ਦਾ ਮਤਲਬ ਇਹ ਆ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਤੁਸੀਂ ਫਿਜ਼ੀਕਲੀ ਸਟਰੋਂਗ ਹੋ ਤੇ ਉਹ ਤੁਹਾਡੀ ਕੌਨਫੀਡੈਂਸ ਬੂਸਟ ਕਰਦਾ। ਇਹੀ ਕਾਰਨ ਆ ਕਿ ਜਿੰਨੇ ਵੀ ਸਪੋਰਟਸ ਪੀਪਲ ਹੁੰਦੇ ਆ, ਜਿਹੜੇ ਸਪੋਰਟਸ ਖੇਡਦੇ ਆ, ਔਰ ਇਸ ਗੱਲ ਨਾਲ ਤੁਸੀਂ ਬਕਾਇਦਾ ਇਸ ਗੱਲ ਨੂੰ ਸਮਝੋਗੇ, ਜਿਹੜੇ ਲੋਕ ਗੇਮਸ ਖੇਡਦੇ ਆ, ਸਪੋਰਟਸ ਵਾਲੇ ਹੁੰਦੇ ਆ, ਉਹਨਾਂ ਦੇ ਵਿੱਚ ਕੌਨਫੀਡੈਂਸ ਵੀ ਜ਼ਿਆਦਾ ਹੁੰਦਾ। ਆਮ ਬੱਚਿਆਂ ਨਾਲੋਂ ਉਹ ਕੌਨਫੀਡੈਂਸ ਜ਼ਿਆਦਾ ਉਹਨਾਂ ਦੇ ਵਿੱਚ ਹੁੰਦਾ ਕਿਉਂਕਿ ਉਹਨਾਂ ਨੇ ਆਪਣੀ ਸਰੀਰਕ ਕੈਪੇਬਿਲਿਟੀ ਦੇ ਨਾਲ ਰੂਬਰੂ ਹੋਇਆ ਹੁੰਦਾ। ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਇੰਨੀ ਸਪੀਡ 'ਚ ਦੌੜ ਸਕਦਾ, ਮੈਂ ਇੰਨੀ ਸਪੀਡ 'ਚ ਆਹ ਕੰਮ ਕਰ ਸਕਦਾ, ਉਹਨਾਂ ਨੂੰ ਸਭ ਪਤਾ ਹੁੰਦਾ। ਸੋ ਆਪਣੀ ਫਿਜ਼ੀਕਲ ਕੈਪੇਬਿਲਿਟੀ ਦੇ ਰੂਬਰੂ ਹੋਏ ਹੁੰਦੇ ਆ ਉਹ ਲੋਕ। ਸੋ ਮੱਲ ਅਖਾੜਿਆਂ ਦੇ ਰੂਪ ਵਿੱਚ ਉਹਨਾਂ ਦਾ ਜਿਹੜਾ ਉਹ ਆਪਣੀ ਫਿਜ਼ੀਕਲ ਕੈਪੇਬਿਲਿਟੀ ਦੇ ਬਰਾਬਰ ਉਹਨਾਂ ਨੂੰ ਸਾਹਮਣੇ ਉਹਨਾਂ ਦੇ ਰੂਬਰੂ ਕਰ ਦੇਣਾ, ਗੁਰੂ ਮਹਾਰਾਜ ਨੇ ਇਹ ਕੀਤਾ। ਅਗਲੀ ਗੱਲ, ਕਿਉਂਕਿ ਭਾਸ਼ਾ ਦੇ ਨਾਮ ਦੇ ਉੱਤੇ ਵੀ ਇੱਕ ਵਿਤਕਰਾ ਸੀਗਾ ਕਿ ਇੱਕ ਭਾਸ਼ਾ ਨੂੰ ਦੇਵ ਭਾਸ਼ਾ ਮੰਨਿਆ ਜਾਂਦਾ ਸੀ, ਦੂਜੀ ਭਾਸ਼ਾ ਜਿਹੜੀ ਆ ਉਹ ਆਮ ਲੋਕਾਂ ਦੀ ਭਾਸ਼ਾ ਸੀ। ਹੁਣ ਉਹ ਜਿਹੜੇ ਆਮ ਲੋਕਾਂ ਵਾਲੀ ਭਾਸ਼ਾ ਦੇ ਵਿੱਚ ਕੋਈ ਟੈਕਸਟ ਅਵੇਲੇਬਲ ਨਹੀਂ ਹੈਗੇ, ਵਿੱਦਿਆ ਅਵੇਲੇਬਲ ਨਹੀਂ ਹੈਗੀ, ਤਾਂ ਇਸ ਕਰਕੇ ਫਿਰ ਗੁਰੂ ਮਹਾਰਾਜ ਜਦੋਂ ਉਹਨਾਂ ਨੂੰ ਉਹਨਾਂ ਦੀ ਬੋਲਬਾਣੀ ਵਾਲੀ ਭਾਸ਼ਾ ਨੂੰ ਲਿਪੀ ਰੂਪ ਦੇ ਵਿੱਚ, ਹੈ ਨਾ, ਔਰ ਖ਼ਾਸ ਤੌਰ 'ਤੇ ਇੱਕ ਤਰਤੀਬ ਵਿੱਚ ਦਿੰਦੇ, ਔਰ ਉਹਦੇ ਨਾਲ ਨਾਲ ਉਹ ਪਾਠਸ਼ਾਲਾਵਾਂ ਵੀ ਖੋਲ੍ਹਦੇ ਨੇ ਜਿੱਥੇ ਬਕਾਇਦਾ ਉਹਨਾਂ ਨੂੰ ਉਸ ਭਾਸ਼ਾ ਦਾ ਗਿਆਨ ਹੋਣਾ ਸ਼ੁਰੂ ਹੁੰਦਾ। ਤਾਂ ਉਹ ਇੱਕ ਉਹਨਾਂ ਦੀ ਮੈਂਟਲ ਕੌਨਫੀਡੈਂਸ ਵੀ ਦਿੰਦਾ, ਫਿਜ਼ੀਕਲ ਕੌਨਫੀਡੈਂਸ ਵੀ ਆ ਗਿਆ, ਮੈਂਟਲ ਕੌਨਫੀਡੈਂਸ ਵੀ ਆ ਗਿਆ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਵਿੱਚੋਂ ਜਿਹੜੀਆਂ ਕੁਰੀਤੀਆਂ ਨੇ, ਸਤੀ ਸਿਸਟਮ, ਇਹ ਸਿਸਟਮ, ਉਹ ਹੌਲੀ ਹੌਲੀ ਗੁਰੂ ਮਹਾਰਾਜ, ਗੁਰੂ ਅਮਰਦਾਸ ਪਾਤਸ਼ਾਹ ਮਾਈਨਸ ਕਰਨਾ ਸ਼ੁਰੂ ਕਰਦੇ ਆ। ਔਰ ਉਹਦੇ ਨਾਲ ਹੀ ਜਿਹੜੇ ਇੱਕ ਨਗਰ ਵੀ ਵਸਾਏ ਜਾ ਰਹੇ ਆ। ਹੁਣ ਜਦੋਂ ਨਗਰ ਵਸਾਏ ਜਾ ਰਹੇ ਆ ਤੇ ਫਾਈਨਲੀ ਜਦੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨਗਰ ਵਸਾਉਂਦੇ ਆ ਔਰ ਬਕਾਇਦਾ ਅਲੱਗ-ਅਲੱਗ ਲੋਕਾਂ ਨੂੰ ਉੱਥੇ ਆਮੰਤਰਿਤ ਕਰਕੇ ਉੱਥੇ ਵਸਾਉਂਦੇ ਆ। ਹੁਣ ਉਹਨਾਂ ਲੋਕਾਂ ਦੀ ਓਨਰਸ਼ਿਪ ਹੋ ਗਈ। ਉਹ ਹੁਣ ਜਿਹੜਾ ਨਗਰ ਹੈ ਉਹ ਉਹਨਾਂ ਲਈ ਕਿਸੇ ਰਾਜੇ ਦਾ ਨਗਰ ਨਹੀਂ ਵਸਿਆ ਹੋਇਆ, ਉਹ ਨਗਰ ਉਹਨਾਂ ਦਾ ਆਪਣਾ ਵਸਿਆ ਹੋਇਆ ਕਿ ਇਹ ਮੇਰਾ ਨਗਰ ਹੈ ਨਾ, ਇੱਥੇ ਮੈਂ ਰਹਿਣਾ। ਔਰ ਮੇਰਾ ਜਿਹੜਾ, ਕਿਉਂਕਿ ਉਹਨਾਂ ਦੇ ਆਪਾਂ ਇਹ ਗੱਲ ਆਲਰੇਡੀ ਕਰ ਚੁੱਕੇ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਗੁਰੂ ਮਹਾਰਾਜ ਨਾਮ ਵੀ ਜਿਹੜੇ ਮੁਹੱਲਿਆਂ ਦੇ ਨਾਮ ਤੇ ਜਿਹੜੇ ਬਾਜ਼ਾਰਾਂ ਦੇ ਨਾਮ ਵੀ ਉਹ ਕਿੱਤਿਆਂ ਦੇ ਉੱਤੇ ਰੱਖ ਦਿੰਦੇ ਆ ਤੇ ਪਤਾ ਲੱਗ ਜਾਂਦਾ ਕਿ ਇਸ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਅੰਨ ਮਿਲ ਜੂਗਾ, ਇਸ ਬਾਜ਼ਾਰ ਇਹ ਲੱਕੜ ਮੰਡੀ ਆ, ਇੱਥੋਂ ਚੀਲ ਮੰਡੀ, ਇਸ ਤਰੀਕੇ ਦੀਆਂ ਜਿਹੜੇ ਨਾਮ ਨੇ ਉਹ ਆ ਜਾਂਦੇ ਆ। ਹੁਣ ਜਿਨ੍ਹਾਂ ਦੇ ਕਿੱਤੇ ਦੇ ਉੱਤੇ ਉਸ ਜਗ੍ਹਾ ਦਾ ਨਾਮ ਪੈ ਗਿਆ, ਉਹਨਾਂ ਦੀ ਆਪਣੇ ਆਪ ਹੀ ਓਨਰਸ਼ਿਪ ਉਹਦੇ ਨਾਲ ਲੱਗਣੀ ਸੀਗੀ। ਸੋ ਇਸ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਸੀ, ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ, ਜਿਹੜੇ ਰੋਟੀ ਨੂੰ ਵੀ ਮੁਹਤਾਜ ਲੋਕ ਨੇ, ਇੱਕ ਬਹੁਤ ਹੀ ਤਰਸਯੋਗ ਹਾਲਤ ਦੇ ਵਿੱਚ ਜੋ ਲੋਕ ਰਹਿ ਰਹੇ ਨੇ, ਉਹਨਾਂ ਨੂੰ ਗੁਰੂ ਸਾਹਿਬ ਚੌਥੇ ਜਾਮੇ ਦੇ ਵਿੱਚ ਆ ਕੇ ਮੰਗਤਿਆਂ ਤੋਂ ਕੱਢ ਕੇ, ਉਹਨਾਂ ਨੂੰ ਮੰਗਤ ਪੁਣੇ ਤੋਂ ਕੱਢ ਕੇ ਔਰ ਉਹਨਾਂ ਦੀ ਜਿਹੜੀ ਬਿਰਤੀ ਆ ਉਹ ਦੇਣ ਵਾਲੇ ਦੀ ਕਰ ਦਿੱਤੀ। ਉਹ ਇਹ ਹੋਇਆ ਕਿੱਦਾਂ, ਇਹਦੀ ਸਾਰੀ ਟਰਾਂਸਫੋਰਮੇਸ਼ਨ ਦੇਖੋ ਧਿਆਨ ਨਾਲ ਆਪਾਂ ਕਿ ਕਿਸ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਪਹਿਲਾਂ ਹਲੂਣਾ ਦਿੱਤਾ ਜਾਂਦਾ ਕਿ ਤੁਸੀਂ ਮਾਰੇ ਜਾ ਰਹੇ ਆ, ਤੁਸੀਂ ਕੁੱਟੇ ਜਾ ਰਹੇ ਆ, ਲੜੋ। ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉਸ ਲੜਨ ਦੇ ਲਈ ਤਿਆਰ ਕਰਨ ਦੇ ਲਈ ਉਹਨਾਂ ਦੀ ਪਹਿਲਾਂ ਫਿਜ਼ੀਕਲ ਸਟਰੈਂਥ ਤੇ ਫਿਜ਼ੀਕਲ ਜਿਹੜਾ ਉਹਨਾਂ ਦਾ ਕੌਨਫੀਡੈਂਸ ਆ ਉਹ ਉਜਾਗਰ ਕੀਤਾ ਜਾਂਦਾ। ਮੈਂਟਲ ਕੌਨਫੀਡੈਂਸ ਉਹਨਾਂ ਨੂੰ ਦਿੱਤਾ ਜਾਂਦਾ ਕਿ ਤੁਸੀਂ ਪੜ੍ਹ ਵੀ ਸਕਦੇ ਆ, ਤੁਹਾਡੀ ਆਪਣੀ ਭਾਸ਼ਾ ਵੀ ਹੈਗੀ ਆ, ਤੁਸੀਂ ਇਹਦੇ ਵਿੱਚ ਗੱਲਬਾਤ, ਲਿਖਤੀ, ਪੜ੍ਹਤੀ ਸਾਰਾ ਕੰਮ ਕਰ ਸਕਦੇ ਆ। ਔਰ ਉਹਦੇ ਨਾਲ ਗਰੀਬ ਲੋਕਾਂ ਨੂੰ ਇੱਕੋ ਪੰਗਤ ਦੇ ਵਿੱਚ ਜਦੋਂ ਬਿਠਾ ਕੇ ਲੰਗਰ ਵੀ ਛਕਾਇਆ ਜਾ ਰਿਹਾ ਤਾਂ ਉੱਥੇ ਉਹਨਾਂ ਨੂੰ ਇੱਕ ਇਹ ਫੀਲਿੰਗ ਵੀ ਆਉਂਦੀ ਆ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ। ਔਰ ਉਸ ਤੋਂ ਬਾਅਦ ਨਗਰ ਹੀ ਉਹਨਾਂ ਦੇ ਨਾਮ ਦੇ ਉੱਤੇ ਵਸਾ ਦਿੱਤੇ ਜਾਂਦੇ, ਨਗਰ ਦੇ ਵਿੱਚ ਮੁਹੱਲੇ ਹੀ ਉਹਨਾਂ ਦੇ ਨਾਮ ਦੇ ਉੱਤੇ ਰੱਖ ਦਿੱਤੇ ਜਾਂਦੇ ਆ ਕਿ ਇਹ ਤੁਹਾਡੇ ਮੁਹੱਲੇ ਆ। ਤਾਂ ਉਹਨਾਂ ਨੂੰ ਇੱਕ ਓਨਰਸ਼ਿਪ ਵੀ ਦੇ ਦਿੱਤੀ ਗਈ। ਹੁਣ ਉਹੀ ਲੋਕ ਜਿਹੜੇ ਆਪ ਪਹਿਲਾਂ ਖੈਰਾਤਾਂ ਮੰਗਦੇ ਸੀ, ਉਹ ਲੋਕ ਹੁਣ ਦੇਣ ਵਾਲੇ ਬਣ ਗਏ। ਸੋ ਇਹ ਜਿਹੜਾ ਇੱਕ ਟਰਾਂਸਫੋਰਮੇਸ਼ਨ ਗੁਰੂ ਰਾਮਦਾਸ ਪਾਤਸ਼ਾਹ ਤੱਕ ਹੁੰਦੀ ਆ, ਇਹ ਸਮਝਣੀ ਸਾਨੂੰ ਬਹੁਤ ਜ਼ਰੂਰੀ ਆ
ਕਿਉਂਕਿ ਇਹਦੇ ਵਿੱਚ ਨਾ ਇੱਕ ਗੱਲ ਮੈਂ ਵੀ ਐਡ ਕਰ ਦਿਆਂ ਕਿ ਇਹ ਸਮਝਣੀ ਜ਼ਰੂਰੀ ਇਸ ਕਰਕੇ ਆ ਸਾਨੂੰ, ਕਿਉਂਕਿ ਅਗਰ ਅਸੀਂ ਇਹਨੂੰ ਸਮਝਣ ਤੋਂ ਬਿਨਾਂ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਜਿਹੜਾ ਅਗਲਾ ਐਪੀਸੋਡ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਲਾਈਫ ਦਾ, ਜਿਹੜਾ ਇੱਕ ਬਹੁਤ ਵੱਡਾ ਇੱਕ ਐਪੀਸੋਡ ਹੈ ਜਿਹਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਆ, ਜੇਕਰ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ ਇਹ ਸਾਰੇ ਵਰਤਾਰੇ ਨੂੰ ਸਮਝਣ ਤੋਂ ਬਿਨਾਂ, ਤਾਂ ਫਿਰ ਸਾਡੇ ਪੱਲੇ ਕੱਖ ਨਹੀਂ ਪੈਣਾ। ਫਿਰ ਸਾਨੂੰ ਇੰਝ ਲੱਗਣਾ ਕਿ ਜਹਾਂਗੀਰ ਦੇ ਕੋਲ ਸ਼ਿਕਾਇਤ ਜਾਂਦੀ ਆ, ਗੁਰੂ ਮਹਾਰਾਜ ਦਾ ਜਿਹੜਾ ਹੈਗਾ ਉੱਥੇ ਫਿਰ ਸ਼ਹੀਦੀ ਹੋ ਜਾਂਦੀ ਆ, ਫਿਰ ਆਪਾਂ ਉਹਨੂੰ ਇੰਨੀ ਕੁ ਗੱਲ ਸਮਝਾਂਗੇ। ਪਰ ਗੱਲ ਕਿਤੇ ਹੋਰ ਆ, ਕਿਤੇ ਵੱਡੀ ਆ। ਉਹ ਜਿਹੜਾ ਪੰਥ ਖਾਲਸਾ ਪੰਥ ਜਿਹਨੂੰ ਬਾਅਦ 'ਚ ਨਿਆਰਾ ਪੰਥ ਜਾ ਕੇ ਜਿਹਦੀ ਸੰਪੂਰਨਤਾ ਹੁੰਦੀ ਆ ਨਾ ਵਿਸਾਖੀ ਵਾਲੇ ਦਿਨ, ਉਹਦੇ ਵਿੱਚ ਇਹਨਾਂ ਰੋਲਸ, ਇਹਨਾਂ ਚੀਜ਼ਾਂ ਦਾ ਬਹੁਤ ਵੱਡਾ ਮਹੱਤਵ ਆ। ਉਸ ਨੂੰ ਸਮਝਣ ਦੇ ਲਈ ਸਾਨੂੰ ਸਟੈਪ ਬਾਏ ਸਟੈਪ ਦੇਖਣਾ ਪਊਗਾ। ਸੋ ਕਿਸ ਤਰੀਕੇ ਨਾਲ ਮੰਗਤ ਪੁਣੇ ਤੋਂ ਕੱਢ ਕੇ ਉਹਨਾਂ ਨੇ ਦਾਤੇ ਪੱਖ ਵਿੱਚ ਖੜਾ ਕਰ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਪਹਿਲਾਂ ਕੱਲ ਮੰਗਦੇ ਫਿਰਦੇ ਸੀ, ਅੱਜ ਉਹ ਦਾਤੇ ਹੋ ਗਏ, ਉਹ ਦੇਣ ਵਾਲੇ ਹੋ ਗਏ। ਔਰ ਫਿਰ ਉਹਨਾਂ ਦੇ ਵਿੱਚੋਂ ਮੌਤ ਦਾ ਡਰ ਵੀ ਕੱਢ ਦਿੱਤਾ ਗਿਆ, ਔਰ ਉਸ ਦੇ ਨਾਲ ਨਾਲ ਉਹਨਾਂ ਨੂੰ ਦੁੱਖ ਤੇ ਸੁੱਖ ਦੋਨੋਂ ਸਮਸਰ ਕਰਕੇ ਇਕੱਠੇ ਇੱਕਸਾਰ ਕਰਕੇ ਜਾਣਨ ਦੀ ਜਿਹੜੀ ਆ ਉਹ ਵੀ ਗੁੜਤੀ ਮਿਲ ਗਈ ਕਿ ਦੁੱਖ ਹੋਵੇ ਸੁੱਖ ਹੋਵੇ ਸਿੱਖ ਚੜ੍ਹਦੀ ਕਲਾ ਦੇ ਵਿੱਚ ਰਹੂਗਾ। ਇਹ ਸਾਰਾ ਕੁਛ ਜਿਹੜਾ ਆ ਇੱਕ ਬੜਾ ਤੁਸੀਂ ਇਹ ਸੋਚੋ ਕਿ ਕਿੰਨਾ ਸਟਰੋਂਗ ਮਾਈਂਡ ਹੋਊਗਾ। ਛੋਟਾ ਜਿਹਾ ਕੋਈ ਦੁੱਖ ਹੁੰਦਾ ਨਾ, ਆਪਾਂ ਕਹਿੰਦੇ ਹਾਂ ਨਹੀਂ ਅੱਜ ਮੇਰਾ ਨਾ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਅੱਜ ਮੇਰਾ ਬੋਲਣ ਨੂੰ ਦਿਲ ਨਹੀਂ ਕਰਦਾ। ਉਹ ਕੀ ਹੁੰਦਾ? ਕਿਉਂਕਿ ਅਸੀਂ ਮੈਂਟਲੀ ਤੌਰ ਦੇ ਉੱਤੇ ਥੋੜ੍ਹੇ ਡੀਸਟੇਬਲਾਈਜ਼ ਹੋ ਜਾਂਦੇ ਹਾਂ। ਹੁਣ ਇਹ ਸੋਚੋ ਕਿੰਨੇ ਪੱਕੇ ਔਰ ਕਿੰਨੇ ਸਟੇਬਲ ਮਾਈਂਡ ਦੇ ਲੋਕ ਹੋਣਗੇ ਜਿਨ੍ਹਾਂ ਦੇ ਉੱਤੇ ਧਾੜਵੀਆਂ ਨੇ ਹਮਲਾ ਕਰਤਾ, ਔਰ ਬਕਾਇਦਾ ਇੱਕ ਪੂਰੀ ਦੀ ਪੂਰੀ ਕੌਮ ਜਿਹੜੀ ਆ, ਮੈਂ ਘੱਲੂਘਾਰੇ ਦੀ ਗੱਲ ਕਰ ਰਹੀ ਹਾਂ, ਘੱਲੂਘਾਰੇ ਦੇ ਵਿੱਚ ਉਹ ਪੂਰੀ ਦੀ ਪੂਰੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਖਤਮ ਹੋ ਜਾਂਦਾ, ਔਰ ਫਿਰ ਵੀ ਉਹ ਇਕੱਠੇ ਹੁੰਦੇ ਆ, ਅਰਦਾਸ ਕਰਦੇ ਆ ਔਰ ਬੋਲਦੇ ਆ ਰਾਜ ਕਰੇਗਾ ਖਾਲਸਾ। ਜਦੋਂ ਆਪਣੇ ਵੱਲੋਂ ਉਹ ਸਿੱਖ ਕੌਮ ਖਤਮ ਕਰਕੇ ਚਲੇ ਗਏ ਆ, ਜਿਹੜੇ ਸਾਡੇ ਦੁਸ਼ਮਣ ਨੇ ਔਰ ਸਿੱਖ ਕੌਮ ਨੂੰ ਖਤਮ ਕਰਕੇ ਚਲੇ ਗਏ ਆ, ਤੇ ਜਿਹੜੇ ਚੰਦ ਮੁੱਠੀ ਭਰ ਸਿੱਖ ਰਹਿ ਜਾਂਦੇ ਆ ਉਹ ਫਿਰ ਖੜੇ ਹੋ ਕੇ ਰੋਂਦੇ ਨਹੀਂ। ਉਹ ਇਹ ਨਹੀਂ ਕਹਿੰਦੇ ਕਿ ਸਾਡੇ ਪੱਲੇ ਕਿ ਰਿਹਾ ਕੀ, ਹੁਣ ਅਸੀਂ ਲੜਾਂਗੇ ਕਿੱਦਾਂ, ਸਾਨੂੰ ਹੁਣ ਉਹਨਾਂ ਨਾਲ ਜਾ ਕੇ ਤੇ ਸੰਧੀ ਕਰ ਲੈਣੀ ਚਾਹੀਦੀ ਹੈ, ਜਾਂ ਉਹਨਾਂ ਨੂੰ ਕਹਿਣਾ ਚਾਹੀਦਾ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋ ਉੱਦਾਂ ਹੀ। ਜੋ ਆਪਾਂ ਅੱਜ ਕਰ ਰਹੇ ਹਾਂ, ਜੋ ਅੱਜ ਸਾਡੇ ਜਿਹੜੇ ਪਿੱਛੇ ਵੀ ਮੈਂ ਇਹ ਗੱਲ ਕੀਤੀ ਸੀਗੀ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਜਿਹੜੇ ਇੰਡੀਅਨ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲਣ ਗਿਆ ਪੂਰਾ ਵਫਦ, ਤੇ ਉਹਨਾਂ ਨੇ ਆ ਕੇ ਇਹੀ ਕਿਹਾ ਕਿ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਕੋਲੋਂ ਬਹੁਤ ਕੁਛ ਲੈ ਆਉਣਾ। ਤੇ ਜਦੋਂ ਮੈਂ ਉਹਨਾਂ ਚੋਂ ਕਿਸੇ ਇੱਕ ਨਾਲ ਗੱਲ ਕੀਤੀ, ਉਹ ਕਹਿੰਦੇ ਹੁਣ ਆਪਣੇ ਪੱਲੇ ਤਾਂ ਬਹੁਤਾ ਕੁਛ ਹੈ ਨਹੀਂ, ਤੇ ਇਸ ਕਰਕੇ ਜਿੱਥੋਂ ਮਿਲਦਾ ਉਹ ਲੈ ਲੈਣਾ ਚਾਹੀਦਾ। ਤਾਂ ਉਦੋਂ ਇਹ ਗੱਲ ਸਮਝ ਆਉਂਦੀ ਹੈ ਕਿ ਸਾਡਾ ਮੈਂਟਲ ਸਟੇਬਿਲਿਟੀ ਕਿੰਨੀ ਕੁ ਰਹਿ ਗਈ ਉਹਨਾਂ ਸਿੱਖਾਂ ਦੇ ਮੁਕਾਬਲੇ, ਜਿਹੜੇ ਕਿ ਸਾਰੀ ਦੀ ਸਾਰੀ ਜਿਹੜੀ ਕੌਮ ਆ ਉਹ ਇੱਕ ਤਰ੍ਹਾਂ ਨਾਲ ਖਤਮ ਹੋ ਗਈ ਆ। ਕੁਛ ਚੰਦ ਮੁੱਠੀ ਭਰ ਸਿੱਖ ਰਹਿ ਗਏ ਆ, ਉਹਨਾਂ ਦੇ ਨਾਲ ਵੀ ਖੜੇ ਹੋ ਕੇ ਉਹ ਅਰਦਾਸ ਕਰ ਰਹੇ ਆ, ਰੋ ਨਹੀਂ ਰਹੇ। ਉਹ ਇਹ ਨਹੀਂ ਕਹਿ ਰਹੇ ਕਿ ਤੇ ਸਾਰੇ ਹੁਣ ਚਲੇ ਗਏ, ਹੁਣ ਆਪਾਂ ਇੰਝ ਕਰੀਏ ਜਾਈਏ ਜਾ ਕੇ ਉਹਦੇ ਨਾਲ ਸੰਧੀ ਕਰ ਲਈਏ, ਆਪਾਂ ਉਹਨਾਂ ਨਾਲ ਹੱਥ ਮਿਲਾ ਲਈਏ, ਕਿਉਂਕਿ ਹੁਣ ਆਪਣੇ ਪੱਲੇ ਤਾਂ ਕੁਛ ਰਹਿ ਨਹੀਂ ਗਿਆ, ਤੇ ਉਹਨਾਂ ਨੂੰ ਕਹੀਏ ਵੀ ਸਾਨੂੰ ਸਾਡੇ ਹਿਸਾਬ ਨਾਲ ਥੋੜ੍ਹਾ ਬਹੁਤਾ ਜੀ ਲੈਣ ਦਿਓ, ਬਾਕੀ ਜਿੱਦਾਂ ਤੁਸੀਂ ਕਹੋ। ਉਹ ਇਹ ਨਹੀਂ ਕਹਿੰਦੇ, ਉਹ ਉੱਥੇ ਖੜੇ ਹੁੰਦੇ ਆ, ਅਰਦਾਸ ਕਰਦੇ ਔਰ ਕਹਿੰਦੇ ਆ ਰਾਜ ਕਰੇਗਾ ਖਾਲਸਾ। ਹੁਣ ਐਸੀ ਜਿਹੜੀ ਮੈਂਟਲ ਸਟੇਬਿਲਿਟੀ ਆ ਉਹ ਆਉਂਦੀ ਕਦੋਂ ਆ? ਉਹ ਆਉਂਦੀ ਉਦੋਂ ਆ ਜਦੋਂ ਗੁਰੂ ਮਹਾਰਾਜ ਨੇ ਜਿਸ ਤਰੀਕੇ ਦਾ ਖਾਲਸਾ ਸਿਰਜਿਆ, ਜਿੰਨੀ ਉਹਦੀ ਟ੍ਰੇਨਿੰਗ ਹੋਈ, ਉਸ ਟ੍ਰੇਨਿੰਗ ਨੂੰ ਅਸੀਂ ਚੈੱਕਲਿਸਟ ਦੀ ਤਰ੍ਹਾਂ ਵਰਤੀਏ। ਸਾਡੇ ਅੱਜ ਕੱਲ੍ਹ ਹੋਣ ਕੀ ਲੱਗ ਗਿਆ, ਜਦੋਂ ਅੰਮ੍ਰਿਤ ਛਕਾਉਂਦੇ ਆ ਮੈਂ ਦੇਖਦੀ ਹਾਂ ਕਿ ਕੱਲ੍ਹ ਤੱਕ ਉਹ ਬੰਦਾ ਜਿਹੜਾ ਹੈ ਉਹਨੂੰ ਕੋਈ ਉਹਦੇ ਦਾੜੀ ਵੀ ਨਹੀਂ ਹੈ, ਪਰ ਉਹ ਜਾ ਕੇ ਤੇ ਅੰਮ੍ਰਿਤ ਛਕ ਕੇ ਆ ਜਾਂਦੇ ਆ। ਉਹਨਾਂ ਦੀ ਬਹੁਤ ਥੋੜ੍ਹੀਆਂ ਛੋਟੀਆਂ ਦਾੜੀਆਂ ਹੁੰਦੀਆਂ, ਕਈਆਂ ਨੇ ਆਪਣੀਆਂ ਫੋਟੋਗ੍ਰਾਫਸ ਪਾਈਆਂ, ਜੇ ਮੈਂ ਗਲਤ ਹੋਵਾਂ ਤੇ ਮਾਫ਼ ਕਰਨਾ, ਪਰ ਜੋ ਮੈਂ ਦੇਖਣ 'ਚ ਆਉਂਦਾ, ਤਾਂ ਆਪਾਂ ਉਹਨਾਂ ਨੂੰ ਜਦੋਂ ਤੱਕ ਅਸੀਂ ਜਦੋਂ ਤੱਕ ਇਹ ਨਹੀਂ ਹੋ ਜਾਂਦਾ ਕਿ ਉਹਨਾਂ ਨੂੰ ਗੁਰੂ ਇਤਿਹਾਸ ਤੇ ਗੁਰੂ ਪਰੰਪਰਾ ਬਾਰੇ ਪਤਾ ਲੱਗ ਗਿਆ, ਉਸ ਤੋਂ ਬਿਨਾਂ ਅੰਮ੍ਰਿਤ ਨਹੀਂ ਛਕਾਇਆ ਜਾ ਸਕਦਾ। ਪਰ ਪਤਾ ਨਹੀਂ, ਹੋ ਸਕਦਾ ਇਹ ਮਰਿਆਦਾ ਦਾ ਕੋਈ ਹੋਵੇ, ਪਰ ਇਹ ਵੀ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਅੰਮ੍ਰਿਤ ਜਿਹੜਾ ਹੈ ਉਹ ਅੰਮ੍ਰਿਤ ਛਕਾਉਣ ਨੂੰ ਗੁਰੂ ਮਹਾਰਾਜ ਜਿਹੜਾ ਉਹ ਪਹਿਲਾਂ ਤੁਹਾਨੂੰ ਉਸ 'ਤੇ ਕੈਪੇਬਲ ਹੋਣਾ ਚਾਹੀਦਾ ਆ। ਸ਼ੇਰਨੀ ਦਾ ਦੁੱਧ ਸਿਰਫ ਤੇ ਸਿਰਫ ਸੋਨੇ ਦੇ ਭਾਂਡੇ 'ਚ ਰੱਖਿਆ ਜਾਂਦਾ, ਇਹ ਨਹੀਂ ਕਿ ਜਿੱਥੇ ਮਰਜ਼ੀ ਪਾ ਦਿਓ। ਤੋਂ ਪਹਿਲਾਂ ਉਹ ਜਿਹੜੀ ਕੰਚਨ ਕਾਇਆ ਹੈ ਨਾ, ਉਹਨੂੰ ਤਾਂ ਸੋਨੇ ਦੀ ਬਣਾ ਲਈਏ ਨਾ, ਕਿ ਜਿਹਦੇ ਵਿੱਚ ਉਹ ਅੰਮ੍ਰਿਤ ਰੱਖਿਆ ਜਾ ਸਕਦਾ ਹੈ ਨਾ। ਹੁਣ ਇਹਦੇ ਉੱਤੇ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਆਉਣ ਕਿ ਨਹੀਂ ਜੀ ਫਿਰ ਤਾਂ ਹੁਣ ਸਾਨੂੰ ਪਤਾ ਕਿੱਦਾਂ ਲੱਗੇ। ਪਤਾ ਇਸ ਤਰੀਕੇ ਨਾਲ ਲੱਗੇ ਕਿ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਕਾਇਦਾ ਜਦੋਂ ਲੈ ਕੇ ਆਉਂਦੇ ਆ, ਤੇ ਉਸੇ ਦਿਨ ਉਹਨਾਂ ਨੂੰ ਅੰਮ੍ਰਿਤ ਨਹੀਂ ਛਕਾ ਦਿੰਦੇ, ਪਹਿਲਾਂ ਉਹਨਾਂ ਨੂੰ ਗੁਰਬਾਣੀ ਦਾ ਉਹਨਾਂ ਨੂੰ ਨਿਤਨੇਮ ਕਰਨ ਨੂੰ ਕਹਿੰਦੇ ਆ, ਉਹਨਾਂ ਨੂੰ ਅਭਿਆਸ ਕਰਨ ਨੂੰ ਕਹਿੰਦੇ ਆ, ਔਰ ਉਸ ਤੋਂ ਬਾਅਦ ਅੰਮ੍ਰਿਤ ਛਕਾਇਆ ਜਾਂਦਾ। ਇਸੇ ਤਰੀਕੇ ਨਾਲ ਇਹ ਮੇਰਾ ਸੁਝਾਅ ਹੀ ਹੈ,
ਜੇ ਮੰਨ ਲਓ ਤਾਂ ਵਧੀਆ, ਜੇ ਨਹੀਂ ਤਾਂ ਕੋਈ ਗੱਲ ਨਹੀਂ, ਕੋਈ ਕਿਉਂਕਿ ਮੈਨੂੰ ਇਸ ਬਾਰੇ ਮੈਂ ਬਹੁਤਾ ਨਹੀਂ ਕੁਛ ਵੀ ਬੋਲੂੰਗੀ। ਪਰ ਇਹ ਕਿਉਂ ਨਾ ਇਸ ਤਰ੍ਹਾਂ ਹੋਵੇ ਕਿ ਜਿਨ੍ਹਾਂ ਨੂੰ ਵੀ ਅੰਮ੍ਰਿਤ ਛਕਾਉਣਾ ਹੈ, ਜਿਹੜਾ ਵੀ ਅੰਮ੍ਰਿਤ ਛਕਣ ਦਾ ਚਾਹਵਾਨ ਹੈ, ਉਹ ਪਹਿਲਾਂ ਕੁਛ ਸਮਾਂ 2-2.5 ਮਹੀਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੇਵਾ ਕਰੇ, ਨਿਤਨੇਮ ਦਾ ਪੱਕਾ ਹੋਵੇ, ਔਰ ਉਸ ਤੋਂ ਬਾਅਦ ਉਹਨੂੰ ਅੰਮ੍ਰਿਤ ਛਕਾਇਆ ਜਾਵੇ। ਘੱਟੋ ਘੱਟ ਉਹਦੀਆਂ ਪਰੰਪਰਾਵਾਂ ਤਾਂ ਪੂਰੀਆਂ ਉਹਨੂੰ ਪਤਾ ਹੋਵੇ ਨਾ ਕਿ ਮੈਂ ਹਾਂ ਕੀ। ਔਰ ਜਦੋਂ ਇਹ ਹੋਊਗਾ ਨਾ, ਫਿਰ ਸਾਡੇ ਕੋਲ ਕੋਈ ਸੁੱਚਾ ਸਿੰਘ ਲੰਗਾਹ ਨਹੀਂ ਬਣੂਗਾ, ਯਾਦ ਰੱਖਿਓ ਜੀ। ਫਿਰ ਕਿਸੇ ਵਾਸਤੇ ਉਹ ਜਿਹੜਾ ਗਾਤਰਾ ਹੈ ਨਾ, ਉਹ ਇੰਨਾ ਸਸਤਾ ਨਹੀਂ ਹੋਊਗਾ ਕਿ ਉਹਨੂੰ ਜਿੱਥੇ ਮਰਜ਼ੀ ਟੰਗ ਦਿਓ, ਜਿਹੜੀ ਮਰਜ਼ੀ ਕਿੱਲੀ 'ਤੇ ਟੰਗ ਦਿਓ, ਫਿਰ ਇੰਨਾ ਸਸਤਾ ਨਹੀਂ ਹੋਊਗਾ। ਉਹ ਗਾਤਰਾ ਬਹੁਤ ਸਾਨੂੰ ਮਿਹਨਤਾਂ ਮੁਸ਼ੱਕਤਾਂ ਨਾਲ ਮਿਲਿਆ। ਖੈਰ, ਆਪਾਂ ਵਾਪਸ ਇਸੇ ਗੱਲ 'ਤੇ ਆਉਂਦੇ ਹਾਂ। ਸੋ ਇਹ ਸਮਝਣਾ ਸਾਡੇ ਲਈ ਜ਼ਰੂਰੀ ਆ ਕਿ ਇਹ ਜਿਹੜਾ ਇੱਕ ਟਰਾਂਸਫੋਰਮੇਸ਼ਨ ਹੈ, ਹੋਈ ਕਿੱਦਾਂ। ਦੇਖੋ, ਪਿਛਲੇ ਐਪੀਸੋਡ ਦੇ ਵਿੱਚ ਆਪਾਂ ਧੜਿਆਂ ਦੀ ਗੱਲ ਕਰਦੇ ਇਹ ਗੱਲ ਕੀਤੀ ਸੀਗੀ ਕਿ ਮਹਾਰਾਜ ਸਾਨੂੰ ਦੱਸਦੇ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹਦੇ ਵਿੱਚੋਂ ਹੀ ਧੜੇ ਨਿਕਲ ਕੇ ਆਉਂਦੇ ਆ। ਹੁਣ ਸਭ ਤੋਂ ਪਹਿਲਾਂ ਹੁਣ ਭਾਈ ਗੁਰਦਾਸ ਜੀ ਜਿਹੜੇ ਨੇ, ਜਦੋਂ ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਸਲਾਹ ਲਿਖਦੇ ਨੇ ਤੇ 24ਵੀਂ ਵਾਰ ਦੇ ਵਿੱਚ, ਔਰ ਉਹਦੇ ਵਿੱਚ ਹੀ ਉਹ ਦੱਸਦੇ ਨੇ ਕਿ ਉਹਨਾਂ ਦੇ ਜਿਹੜੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜੇ ਉਪਦੇਸ਼ ਸੀ, ਉਹਨਾਂ ਦਾ ਅਸਰ ਕੀ ਹੋ ਰਿਹਾ ਸੀ। ਤੇ ਅਸਰ ਉਹ ਦੱਸਦੇ ਨੇ, ਉਹ ਕਹਿੰਦੇ ਨੇ, ਘਰ ਬਾਰੀ ਪਰਿਵਾਰ ਵਿੱਚ ਭੋਗ ਭਗਤ ਰਾਜੇ ਰਸ ਭੋਗੀ, ਆਸਾ ਵਿੱਚ ਨਿਰਾਸ਼ ਹੋਏ ਜੋਗ ਜੁਗਤ ਜੁਗੇਸਰ ਜੋਗੀ। ਕਿ ਉਹ ਲੋਕ ਜਿਹੜੇ, ਕਿਉਂਕਿ ਆਪਾਂ ਲੋਭ ਤੇ ਮੋਹ ਦੀ ਗੱਲ ਕੀਤੀ ਸੀ ਨਾ, ਕਿ ਅਕਸਰ ਘਰਾਂ ਦੇ ਨਾਲ ਹੀ ਉਹ ਲੋਭ ਜੁੜ ਜਾਂਦੇ ਆ, ਘਰਾਂ ਦੇ ਨਾਲ ਹੀ ਮੋਹ ਜੁੜ ਜਾਂਦੇ ਆ। ਕਿਉਂਕਿ ਬੰਦਾ ਆਪਣੇ ਵਾਸਤੇ ਇਕੱਠਾ ਕਰਦਾ, ਫਿਰ ਇਹ ਸੋਚਣ ਲੱਗਦਾ ਮੈਂ ਆਪਣੇ ਘਰਦਿਆਂ ਲਈ ਵੀ ਇਕੱਠਾ ਕਰਾਂ, ਹੈ ਨਾ। ਉਹ ਲੋਭ ਤੇ ਮੋਹ ਜਿਹੜਾ ਉਹ ਇਕੱਠਾ ਕਰਨ ਦਾ ਚੱਕਰ ਦੇ ਵਿੱਚ ਪੈ ਜਾਂਦਾ, ਉਸ ਗਧੀ ਗੇੜ ਦੇ ਵਿੱਚ ਪੈ ਜਾਂਦਾ। ਤਾਂ ਜਦੋਂ ਕਿਸੇ ਨੂੰ ਇਹ ਲੱਗ ਰਿਹਾ, ਜਦੋਂ ਉਹਨਾਂ ਨੂੰ ਗੁਰੂ ਮਹਾਰਾਜ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਬਣਾ ਲਿਆ ਕਿ ਉਹ ਘਰ ਬਾਰੀ ਤਾਂ ਹੈਗੇ ਆ, ਪਰ ਬਿਲਕੁਲ ਨਿਰਲੇਪ ਆ, ਉਹ ਘਰ ਦਾ ਆਪਣਾ ਕੰਮ, ਜਿਹੜੀਆਂ ਆਪਣੀਆਂ ਰਿਸਪੋਂਸਿਬਿਲਿਟੀਜ਼ ਆ ਉਹ ਵੀ ਪੂਰੀਆਂ ਕਰ ਰਹੇ ਆ, ਪਰ ਉਹਦੇ ਨਾਲ ਨਾਲ ਉਹ ਲੋਭ ਤੇ ਮੋਹ ਦੀਆਂ ਤੰਦਾਂ ਤੋਂ ਵੀ ਦੂਰ ਨੇ। ਦੂਰ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਉੱਤੇ ਵੀ ਉਹਨਾਂ ਦਾ ਕਾਬੂ ਹੈ। ਇਹ ਨਹੀਂ ਹੈ ਕਿ ਉਹ ਆਪਣੇ ਪੁੱਤਰ ਦੇ ਲੋਭ ਦੇ ਵਿੱਚ ਜਾ ਕੇ ਕਿਸੇ ਦਾ ਗਲਾ ਕੱਟ ਹੋਣਗੇ, ਜਾਂ ਉਹ ਆਪਣੀ ਪਤਨੀ ਦੀ ਮੋਹ ਦੇ ਵਿੱਚ ਜਾ ਕੇ ਤੇ ਕਿਸੇ ਹੋਰ ਨੂੰ ਜਾ ਕੇ ਕਿਸੇ ਨਿਰਦੋਸ਼ ਨੂੰ ਮਾਰ ਆਉਣਗੇ ਕਿ ਉਹਨੂੰ ਲੁੱਟ ਕੇ ਲੈ ਆਓ। ਇਸ ਤਰੀਕੇ ਦਾ ਉਹ ਨਹੀਂ ਕਰਨਗੇ, ਕਿਉਂਕਿ ਉਹ ਘਰ ਬਾਰੀ ਵੀ ਹੈ, ਉਹ ਗ੍ਰਸਤ ਵੀ ਹੈ, ਪਰ ਉਸ ਦੇ ਨਾਲ ਨਾਲ ਉਹ ਗੁਰੂ ਵਾਲੇ ਵੀ ਹੋ ਗਏ ਆ। ਔਰ ਗੁਰੂ ਵਾਲੇ ਹੋ ਕੇ ਉਹ ਜਿਹੜਾ ਗੁਰੂ ਮਹਾਰਾਜ ਜਿਹੜਾ ਕਹਿੰਦੇ ਨੇ ਨਾ, ਅੰਜਨ ਮਾਹੇ ਨਿਰੰਜਨ ਰਹੀਏ, ਉਹ ਉਹਨਾਂ ਨੇ ਉਹਦੇ ਉੱਤੇ ਪ੍ਰੈਕਟਿਸ ਕਰਕੇ ਉਹਨਾਂ ਨੇ ਉਹ ਵਾਲਾ ਜਿਹੜਾ ਕਹਿ ਲਓ ਕਿ ਗੁਰੂ ਦਾ ਵਾਕ ਜਿਹੜਾ ਉਹਨਾਂ ਨੇ ਪੂਰਾ ਕਰ ਲਿਆ। ਉਹਨਾਂ ਨੂੰ ਪਤਾ ਕਿ ਅੰਜਨ ਮਾਹੇ ਨਿਰੰਜਨ ਕਿੱਦਾਂ ਰਹਿਣਾ ਆ, ਹੈ ਨਾ। ਉਹਨਾਂ ਨੂੰ ਪਤਾ ਕਿ ਬਿਲਕੁਲ ਉਸ ਕਮਲ ਦੇ ਫੁੱਲ ਵਾਂਗੂ ਜਿਹੜਾ ਪਾਣੀ ਵਿੱਚ ਹੈ, ਪਰ ਉਹਦੀਆਂ ਪੱਤੀਆਂ ਦੇ ਉੱਤੇ ਛਿੱਟਾ ਨਹੀਂ ਪੈਂਦਾ, ਜੇ ਪਵੇ ਤਾਂ ਡਿੱਗ ਪੈਂਦਾ, ਤਿਲਕ ਜਾਂਦਾ। ਉਹ ਬਿਲਕੁਲ ਉਸ ਤਰੀਕੇ ਨਾਲ ਹੋ ਗਏ ਨਿਰਲੇਪ, ਹੈ ਨਾ। ਤਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੇ ਛਤਰ ਛਾਇਆ ਦੇ ਵਿੱਚ ਰੱਖ ਕੇ ਬਕਾਇਦਾ ਉਹਨਾਂ ਦੀ ਟ੍ਰੇਨਿੰਗ ਇਸ ਤਰੀਕੇ ਦੀ ਹੋ ਗਈ ਆ ਕਿ ਲੋਭ ਤੇ ਮੋਹ ਉਹਨਾਂ ਨੇ ਕੰਟਰੋਲ ਕਰ ਲਏ ਆ। ਤਾਂ ਹੀ ਉਹ ਘਰ ਬਾਰੀ ਹੋ ਕੇ ਵੀ, ਗ੍ਰਸਤੀ ਹੋ ਕੇ ਵੀ, ਉਹ ਆਪਣੇ ਲੋਭ ਤੇ ਮੋਹ ਦੇ ਵੱਸ ਪੈ ਕੇ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਨਹੀਂ ਕਰਦੇ, ਕਿਉਂਕਿ ਉਹ ਗੁਰੂ ਵੱਲ ਹੈ, ਉਹਨਾਂ ਦਾ ਧੜਾ ਗੁਰੂ ਵਾਲਾ ਹੈ। ਅਗਲੀ ਗੱਲ ਜਿਹੜੀ ਆ, ਸਿੱਖਾਂ ਦੇ ਵਿੱਚੋਂ ਜਿਹੜਾ ਮੌਤ ਦਾ ਡਰ ਉਹ ਕੱਢ ਦਿੱਤਾ ਗਿਆ, ਹੈ ਨਾ। ਉਹਨਾਂ ਨੂੰ ਇਹ ਸਮਝਾ ਦੇਣਾ ਕਿ ਮੌਤ ਕੋਈ ਵਿਛੋੜੇ ਦਾ ਨਾਮ ਨਹੀਂ ਹੈ, ਬਲਕਿ ਮੌਤ ਇੱਕ ਨਵੀਂ ਸ਼ੁਰੂਆਤ, ਇੱਕ ਮਿਲਾਪ ਦਾ ਨਾਮ ਹੈ। ਹੁਣ ਇਹ ਜਿਹੜਾ ਕਿਉਂਕਿ ਦੇਖੋ, ਜਿਹੜਾ ਲੋਭ ਤੇ ਮੋਹ ਹੈ ਨਾ, ਉਹੀ ਬੰਦੇ ਨੂੰ ਹੋਰ ਜੀਣ, ਚਾਹੇ ਜਿਸ ਤਰੀਕੇ ਨਾਲ ਮਰਜ਼ੀ, ਚਾਹੇ ਉਹ ਕੁੱਟਿਆ ਜਾਵੇ, ਮਾਰਿਆ ਜਾਵੇ, ਲੁੱਟਿਆ ਜਾਵੇ, ਪਰ ਜੀਂਦਾ ਰਹੇ। ਉਹ ਜੀਣ ਵਾਸਤੇ ਜਿਹੜੀ ਇੱਕ ਤਮੰਨਾ ਪੈਦਾ ਕਰਦਾ ਰਹਿੰਦਾ, ਕਿਉਂਕਿ ਮੈਕਸੀਮਮ ਲੋਕ ਇਹੀ ਕਹਿੰਦੇ ਸੁਣੇ ਜਾਂਦੇ ਆ ਕਿ ਜੇ ਮੈਨੂੰ ਕੁਛ ਹੋ ਗਿਆ, ਮੇਰੇ ਬੱਚਿਆਂ ਦਾ ਕੀ ਹੋਊਗਾ। ਗੱਲ ਸਹੀ ਵੀ ਆ, ਗੱਲ ਗਲਤ ਵੀ ਨਹੀਂ ਹੈਗੀ, ਪਰ ਇਹ ਇੱਕ ਮੋਹ ਦੇ ਤੰਦ ਦੇ ਵਿੱਚੋਂ ਨਿਕਲੀ ਹੋਈ ਹੀ ਗੱਲ ਆ, ਹੈ ਨਾ। ਔਰ ਇਸੇ ਮੋਹ ਦੇ ਵਿੱਚ ਇਨਸਾਨ ਨੂੰ ਇਹ ਲੱਗਣ ਲੱਗ ਜਾਂਦਾ ਕਿ ਮੈਂ ਹੋਰ ਜੀਣਾ, ਔਰ ਉਸੇ ਜੀਣ ਦੇ ਚੱਕਰ ਦੇ ਵਿੱਚ ਉਹ ਜਿਹੜਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਤੋਂ ਡਰਨ ਲੱਗ ਜਾਂਦਾ। ਕਿਉਂਕਿ ਜਿਹੜੇ ਹੁਕਮਰਾਨ ਹੁੰਦੇ ਨੇ, ਉਹ ਆਪਣੇ ਖਿਲਾਫ ਕਦੀ ਕੋਈ ਗੱਲ ਨਹੀਂ ਸੁਣਦੇ, ਔਰ ਜਦੋਂ ਆਪਣੇ ਖਿਲਾਫ ਉਹ ਗੱਲ ਨਹੀਂ ਸੁਣਦੇ ਤਾਂ ਉਹ ਉਹਨਾਂ ਦੇ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਉਣ ਦੀ ਜਾਂ ਖਾਮੋਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਉਹ ਕਿਸੇ ਤਰੀਕੇ ਨਾਲ ਵੀ ਉਹਨੂੰ ਸਾਇਲੈਂਟ ਕਰ ਸਕਦੇ, ਉਹਨੂੰ ਮਾਰ ਕੇ ਸਾਇਲੈਂਟ ਕਰ ਸਕਦੇ ਆ, ਉਹਨੂੰ ਖਰੀਦ ਕੇ ਸਾਇਲੈਂਟ ਕਰ ਸਕਦੇ ਆ, ਜਾਂ ਉਹਨੂੰ ਕਿਸੇ ਤਰੀਕੇ ਨਾਲ ਵੀ। ਜਿਹੜੇ ਤੇ ਖਰੀਦੇ ਜਾਣ ਉਹ ਤਾਂ ਫਿਰ ਲੋਭ ਤੇ ਮੋਹ ਦੇ ਚੱਕਰ 'ਚ ਪਏ ਹੋਏ ਆ, ਉਹ ਤਾਂ ਪਹਿਲੀ ਵਾਲੀ ਪੌੜੀ ਹੀ ਨਹੀਂ ਚੜ੍ਹੇ ਹਜੇ। ਤੇ ਜਿਹੜੇ
ਖਰੀਦੇ ਨਹੀਂ ਜਾ ਸਕਦੇ, ਫਿਰ ਉਹਨਾਂ ਨੂੰ ਮੌਤ ਤੋਂ ਡਰਾ ਦਿਓ। ਇਸੇ ਤਰ੍ਹਾਂ ਤਾਂ ਹੁੰਦਾ ਨਾ, ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਬੁਲਾਇਆ ਜਾਂਦਾ ਸੂਬੇ ਦੀ ਕਚਹਿਰੀ ਦੇ ਵਿੱਚ, ਤਾਂ ਉਹਨਾਂ ਨੂੰ ਆਉਂਦੇ ਸਾਰ ਤਾਂ ਨਹੀਂ ਉਹਨਾਂ ਨੂੰ ਮੌਤ ਦਾ ਹੁਕਮ ਦੇ ਦਿੱਤਾ ਜਾਂਦਾ। ਪਹਿਲਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਸਾਡੀਆਂ ਮੰਗਾਂ ਮੰਨ ਲਿਓ, ਤੁਸੀਂ ਅੱਗੇ ਤੁਸੀਂ ਜੋ ਕਹੋਗੇ ਅਸੀਂ ਉਹ ਮੰਨਾਂਗੇ। ਉਹਨਾਂ ਨੂੰ ਲੋਭ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਪੈਸਾ ਕਹੋ, ਜਿਸ ਤਰੀਕੇ ਦੇ ਤੁਸੀਂ ਮਹਿਲ ਕਹੋ, ਉੱਦਾਂ ਦਾ ਤੁਹਾਨੂੰ ਸਾਰਾ ਕੁਛ ਬਣ ਕੇ ਤਿਆਰ ਮਿਲ ਜੂਗਾ। ਸੋ ਸਭ ਤੋਂ ਪਹਿਲਾਂ ਜਿਹੜੀ ਹਕੂਮਤ ਹੈ ਉਹ ਤੁਹਾਨੂੰ ਦੱਬਣ ਦੇ ਲਈ, ਕੋਈ ਵੀ ਹਕੂਮਤ ਹੋਵੇ, ਉਹ ਤੁਹਾਨੂੰ ਦੱਬਣ ਦੇ ਲਈ, ਤੁਹਾਡੀ ਆਵਾਜ਼ ਨੂੰ ਦੱਬਣ ਦੇ ਲਈ, ਜਿਹੜਾ ਤੁਹਾਡੇ ਅੰਦਰ ਨਿਰਵੈਰ ਤੇ ਨਿਰਭਉ ਦੀ ਗੱਲ ਗੁਰੂ ਮਹਾਰਾਜ ਕਰਦੇ ਨੇ, ਉਹਨੂੰ ਖਤਮ ਕਰਨ ਦੇ ਲਈ ਸਭ ਤੋਂ ਪਹਿਲਾਂ ਪੈਸੇ ਸੁੱਟਦੀ ਆ ਜਾਂ ਲਾਲਚ ਸੁੱਟਦੀ ਆ। ਉਸ ਲਾਲਚ ਵਸ ਜੋ ਨਹੀਂ ਪੈਂਦਾ, ਫਿਰ ਉਸਨੂੰ ਮੌਤ ਦਾ ਡਰਾਵਾ ਪਾਇਆ ਜਾਂਦਾ। ਔਰ ਇਹ ਜਿਹੜਾ ਮੌਤ ਦਾ ਡਰਾਵਾ ਹੈ, ਜਿਸ ਬੰਦੇ ਨੇ ਮੌਤ ਦੇ ਉੱਤੇ, ਮੌਤ ਦੇ ਡਰ ਦੇ ਉੱਤੇ ਜਿਹੜੀ ਆ ਉਹ ਜਿੱਤ ਹਾਸਲ ਕਰ ਲਈ, ਉਸ ਨੂੰ ਫਿਰ ਕਿਸੇ ਤਰੀਕੇ ਨਾਲ ਵੀ ਉਹਨੂੰ ਡੁਲਾਇਆ ਨਹੀਂ ਜਾ ਸਕਦਾ, ਉਹ ਅਡੋਲ ਹੋ ਜਾਂਦਾ ਹੈ ਨਾ। ਔਰ ਇਸੇ ਚੀਜ਼ ਨੂੰ, ਕਿਉਂਕਿ ਹਜੇ ਤੱਕ ਤਾਂ ਗੁਰੂ ਮਹਾਰਾਜ ਜਿਹੜੇ ਨੇ, ਗੁਰੂ ਰਾਮਦਾਸ ਪਾਤਸ਼ਾਹ, ਇਹ ਸਾਰਾ ਕੁਛ ਹੁਣ ਥਿਓਰੈਟੀਕਲ ਚੱਲ ਰਿਹਾ, ਉਹਨਾਂ ਦੇ ਅੰਦਰੋਂ ਜਿਹੜਾ ਮੌਤ ਦਾ ਡਰ ਵੀ ਕੱਢਿਆ ਜਾ ਰਿਹਾ, ਉਹ ਗੱਲੀ ਬਾਤੀ ਕੱਢਿਆ ਜਾ ਰਿਹਾ। ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ, ਸਿੱਖ ਉਹਨਾਂ ਨੂੰ ਦੇਖ ਰਹੇ ਆ ਔਰ ਗੁਰੂ ਮਹਾਰਾਜ ਅਡੋਲ ਬੈਠੇ ਨੇ, ਔਰ ਨਹੀਂ ਤੇ ਖਰੀਦੇ ਉਹ ਨਹੀਂ ਗਏ, ਔਰ ਡਰ ਉਹਨਾਂ ਨੂੰ ਕੋਈ ਹੈ ਨਹੀਂ, ਉਹਨਾਂ ਦੀ ਮੌਤ ਦਾ ਉਹਨਾਂ ਦੇ ਅੱਖਾਂ ਦੇ ਵਿੱਚ ਕੋਈ ਡਰ ਨਹੀਂ, ਔਰ ਉਹ ਅਡੋਲ ਬੈਠੇ ਨੇ, ਉਹਨਾਂ ਦੇ ਉੱਤੇ ਤਸੀਹੇ ਹੋ ਰਹੇ ਨੇ, ਉਹ ਤੜਫ ਵੀ ਨਹੀਂ ਰਹੇ। ਇਹ ਆਪਣੇ ਸਿੱਖਾਂ ਨੂੰ ਪ੍ਰੈਕਟੀਕਲ ਕਰਕੇ ਦੱਸਣਾ ਸੀ ਕਿ ਜਿਹੜੀ ਮੌਤ ਆ ਉਹ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ, ਐਵੇਂ ਨਾ ਤੋਂ ਡਰੀ ਚੱਲਿਆ ਕਰੋ। ਮੈਂ ਕਿਤੇ ਇੱਕ ਬਹੁਤ ਸੋਹਣੀ ਗੱਲ ਲਿਖੀ ਪੜ੍ਹੀ ਸੀ ਕਿ ਉਹਨਾਂ ਲੋਕਾਂ ਦਾ ਵੀ ਕਬਰਿਸਤਾਨ ਦੇ ਵਿੱਚ ਜਿਹੜਾ ਨਾ ਉਹ ਪੱਥਰ ਲੱਗਿਆ ਦੇਖਿਆ, ਜਿਹੜੇ ਸਿਰਫ ਇਸ ਲਈ ਕਦੀ ਨਹੀਂ ਬੋਲੇ ਕਿ ਮਰਨਾ ਥੋੜ੍ਹੀ ਆ, ਹੈ ਨਾ। ਉਹ ਵੀ ਲੋਕ ਮਰ ਜਾਂਦੇ ਆ ਜਿਹੜੇ ਹਮੇਸ਼ਾ ਇਸੇ ਲਈ ਆਪਣੇ ਖਾਮੋਸ਼ ਚੁੱਪ ਰਹਿੰਦੇ ਆ, ਆਪਣੇ ਉੱਤੇ ਤਸੀਹੇ ਸਹਿੰਦੇ ਰਹਿੰਦੇ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜੇ ਮੈਂ ਬੋਲ ਪਿਆ ਤਾਂ ਮੇਰੀ ਮੌਤ ਪੱਕੀ ਆ। ਸੋ ਇਹ ਜਿਹੜੀ ਚੀਜ਼ ਹੈ ਨਾ, ਇਸ ਚੀਜ਼ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੱਕ ਆਉਂਦੇ ਆਉਂਦੇ ਸਿੱਖਾਂ ਦੇ ਵਿੱਚੋਂ ਲੋਭ ਵੀ ਖਤਮ ਕਰ ਦਿੱਤਾ, ਮੋਹ ਜਾਂ ਇਹ ਕਹਿ ਲਓ ਲੋਭ ਤੇ ਮੋਹ ਦੇ ਉੱਤੇ ਕਾਬੂ ਪਾਉਣਾ ਉਹਨਾਂ ਨੂੰ ਸਿਖਾ ਦਿੱਤਾ, ਔਰ ਉਹਦੇ ਨਾਲ ਨਾਲ ਉਹਨਾਂ ਨੂੰ ਇਹ ਥਿਓਰੈਟੀਕਲੀ ਮੌਤ ਦੇ ਉੱਤੇ ਜਿਹੜਾ ਮੌਤ ਤੋਂ ਡਰ ਹੈ ਨਾ, ਉਹ ਵੀ ਕੱਢਣਾ ਸ਼ੁਰੂ ਕਰਤਾ ਥਿਓਰੈਟੀਕਲੀ। ਦੇਖੋ ਇੱਕ ਪੈਟਰਨ ਹੈ, ਜੇ ਤੁਸੀਂ ਸਾਰੇ ਸਿੱਖ ਇਤਿਹਾਸ ਨੂੰ ਧਿਆਨ ਨਾਲ ਦੇਖ ਰਹੇ ਆ, ਪੈਟਰਨ ਹੈ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਥਿਓਰੈਟੀਕਲੀ ਇੱਕ ਗੱਲ ਦੱਸਦੇ ਨੇ ਕਿ ਤੁਹਾਨੂੰ ਲੜਨਾ ਜ਼ਰੂਰੀ ਆ, ਹੈ ਨਾ। ਐਸੇ ਜੀਣ ਦਾ ਕੋਈ ਫਾਇਦਾ ਨਹੀਂ ਜਿਹਦੇ ਜੇ ਜੀਂਦਿਆਂ ਪਤ ਲੱਥੀ ਜਾਏ ਤੇ ਫਿਰ ਉਹਦੇ ਜੀਣ ਦਾ ਕੋਈ ਫਾਇਦਾ ਨਹੀਂ, ਇਹ ਗੁਰੂ ਮਹਾਰਾਜ ਥਿਓਰੈਟੀਕਲੀ ਦੱਸਦੇ ਆ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਉਸ ਥਿਓਰੈਟੀਕਲ ਕਹੀ ਹੋਈ ਗੱਲ ਨੂੰ ਪ੍ਰੈਕਟੀਕਲੀ ਕਿਸ ਤਰੀਕੇ ਦੇ ਨਾਲ ਉਹਨੂੰ ਲੜਨਾ ਕਿੱਦਾਂ ਆ, ਉਹਨਾਂ ਨੂੰ ਇੱਕ ਵਿਉਂਤਬੰਦੀ ਵਾਂਗੂ ਮੱਲ ਅਖਾੜੇ ਤਿਆਰ ਕਰਕੇ ਦਿੰਦੇ ਨੇ, ਔਰ ਉਹਦੇ ਨਾਲ ਫਿਰ ਉਹ ਗੁਰਮੁਖੀ ਵੀ ਦਿੰਦੇ, ਔਰ ਹੋਰ ਵੀ ਕਈ ਚੀਜ਼ਾਂ। ਇਸ ਤਰੀਕੇ ਨਾਲ ਜਦੋਂ ਆਪਾਂ ਹੌਲੀ ਹੌਲੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੱਕ ਆਉਂਦੇ ਹਾਂ, ਤਾਂ ਹੁਣ ਉਹਨਾਂ ਨੂੰ ਮੌਤ ਦਾ ਜਿਹੜਾ ਡਰ ਹੈ ਨਾ, ਉਹ ਵੀ ਥਿਓਰੈਟੀਕਲੀ ਕਿਸ ਤਰ੍ਹਾਂ ਕੱਢਣਾ ਉਹਨੂੰ ਦੱਸਿਆ ਜਾ ਰਿਹਾ, ਔਰ ਉਹਨਾਂ ਦੇ ਵਿੱਚੋਂ ਡਰ ਕੱਢ ਦਿੱਤਾ, ਪਰ ਪ੍ਰੈਕਟੀਕਲ ਕਰਕੇ ਹਜੇ ਵਿਖਾਉਣਾ। ਕਿਉਂਕਿ ਜੇ ਉਹ ਪ੍ਰੈਕਟੀਕਲ ਨਾ ਹੋਵੇ ਤਾਂ ਫਿਰ ਤਾਂ ਸਿਰਫ ਉਪਦੇਸ਼ ਹੈ, ਫਿਰ ਤਾਂ ਅਵਰ ਉਪਦੇਸ਼ੇ ਆਪ ਨਾ ਕਰੇ ਵਾਲੀ ਗੱਲ ਹੋ ਜਾਣੀ ਹੈ। ਪਰ ਗੁਰੂ ਮਹਾਰਾਜ, ਕਿਉਂਕਿ ਗੁਰੂ ਮਹਾਰਾਜ ਦਾ ਇਤਿਹਾਸ ਹੀ ਇਸ ਤਰੀਕੇ ਦਾ ਕਿ ਉਹਨਾਂ ਨੇ ਕਦੀ ਖਾਲੀ ਉਪਦੇਸ਼ ਦਿੱਤੇ ਹੀ ਨਹੀਂ, ਪ੍ਰੈਕਟੀਕਲ ਕਰਕੇ ਦਿਖਾਇਆ, ਤਾਂ ਉਹ ਜਿਹੜਾ ਹੁਣ ਤੱਕ ਥਿਓਰੈਟੀਕਲੀ ਉਹਨਾਂ ਦੇ ਅੰਦਰੋਂ ਮੌਤ ਦਾ ਡਰ ਕੱਢਿਆ ਜਾ ਰਿਹਾ ਸੀ, ਉਸ ਨੂੰ ਪੰਜਵੇਂ ਜਾਮੇ ਦੇ ਵਿੱਚ ਆ ਕੇ ਉਹ ਬਕਾਇਦਾ ਸਿੱਖਾਂ ਨੂੰ ਉਸ ਮੌਤ ਦੇ ਰੂਬਰੂ ਵੀ ਕਰਾਉਂਦੇ ਨੇ, ਆਪਣੀ ਸ਼ਹਾਦਤ ਦੇ ਕੇ ਉਹਦੇ ਰੂਬਰੂ ਵੀ ਕਰਾਉਂਦੇ ਨੇ ਕਿ ਇਸ ਤਰੀਕੇ ਨਾਲ ਵੀ ਹੋ ਸਕਦਾ। ਸੱਚ ਦੇ ਮਾਰਗ ਦੇ ਉੱਤੇ ਚੱਲਦੇ ਹੋਏ ਤੁਹਾਨੂੰ ਹਰ ਤਰ੍ਹਾਂ ਦਾ ਲੋਭ ਵੀ ਦਿੱਤਾ ਜਾਊਗਾ, ਤੁਹਾਨੂੰ ਮੋਹ ਦੇ ਚੱਕਰਾਂ 'ਚ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਜਾਊਗੀ, ਤੁਹਾਨੂੰ ਮੌਤ ਦਾ ਡਰ ਵੀ ਦਿਖਾਇਆ ਜਾਊਗਾ, ਪਰ ਤੁਸੀਂ ਹਾਰਨਾ ਨਹੀਂ। ਹੁਣ ਇਹ ਗੱਲ ਆਪਾਂ ਸਮਝੀਏ ਕਿ ਜਿਸ ਬੰਦੇ ਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਜਾਏ ਤਾਂ ਉਸ ਦੇ ਅੰਦਰੋਂ ਹੰਕਾਰ ਵੀ ਖਤਮ ਹੋ ਜਾਂਦਾ, ਕਿਉਂਕਿ ਉਸ ਨੂੰ ਫਿਰ ਇਹ ਸਮਝ ਆ ਜਾਂਦੀ ਆ ਕਿ ਇਹ ਜਿਹੜਾ ਜਗਤ ਹੈ, ਜਿਹੜੀ ਇਹ ਦੁਨੀਆ ਹੈ, ਇਹ ਥਿਰ ਨਹੀਂ ਆ, ਨਾਨਕ ਥਿਰ ਨਹੀਂ ਕੋਏ। ਉਹਨੂੰ ਇਸ ਗੱਲ ਦਾ ਜਿਹੜਾ ਮਾਇਨੇ ਹੈ ਨਾ, ਉਹ ਸਮਝ ਲੱਗਣੇ ਸ਼ੁਰੂ ਹੋ ਜਾਂਦੇ ਆ। ਜਿਸ ਬੰਦੇ ਨੂੰ ਇਹ ਸਮਝ ਲੱਗ ਗਿਆ ਕਿ ਜਿੰਨਾ ਕੁ ਮੈਂ ਟੈਂਪਰੇਰੀ ਆ, ਉਹਨਾਂ ਕਿ ਸਾਹਮਣੇ ਵਾਲਾ ਟੈਂਪਰੇਰੀ ਆ, ਉਹਨਾਂ ਕੀ ਹੋਰ ਬੰਦੇ ਟੈਂਪਰੇਰੀ ਆ, ਚਾਹੇ ਉਹ ਕਿਸੇ ਜਗ੍ਹਾ ਦੀ ਕੋਈ ਰਾਣੀ ਹੋਵੇ, ਚਾਹੇ ਕਿਸੇ ਜਗ੍ਹਾ ਦਾ ਕੋਈ ਰਾਜਾ ਹੋਵੇ, ਚਾਹੇ ਕੋਈ ਵੀ ਹੋਵੇ, ਉਹਨੇ ਇੱਥੋਂ ਜਾਣਾ ਹੀ ਜਾਣਾ, ਔਰ ਉਹਦੇ ਜਾਣ ਤੋਂ ਬਾਅਦ ਹਸ਼ਰ ਜੋ ਉਹਦਾ ਹੋਣਾ ਉਹੀ ਮੇਰਾ ਹਸ਼ਰ ਹੋਣਾ। ਤਾਂ ਫਿਰ ਉਹਦੇ ਵਿੱਚ ਹੰਕਾਰ ਨਹੀਂ ਰਹਿੰਦਾ, ਕਿਉਂਕਿ ਨਾ ਤਾਂ ਉਹ ਪਾਵਰ ਪਿੱਛੇ ਭੱਜਦਾ, ਨਾ ਉਹ ਇਸ ਪਾਵਰ ਨੂੰ ਥਿਰ ਮੰਨਦਾ। ਜਦੋਂ ਇਸ ਪਾਵਰ ਨੂੰ ਥਿਰ ਹੀ ਨਹੀਂ ਮੰਨਦਾ ਤਾਂ ਫਿਰ ਉਸ ਪਾਵਰ ਦੇ ਹੰਕਾਰ ਦੇ ਵਿੱਚ ਵੀ ਉਹ ਕਦੀ ਨਹੀਂ ਆਉਂਦਾ।
ਇਹ ਗੱਲ ਆਪਾਂ ਨੂੰ ਸਮਝਣੀ ਜ਼ਰੂਰੀ ਆ। ਸੋ ਗੁਰੂ ਮਹਾਰਾਜ ਨੇ ਸਾਨੂੰ ਬੜੇ ਤਰੀਕੇ ਨਾਲ ਜਿਹੜੀ ਸਾਡੀ ਟ੍ਰੇਨਿੰਗ ਕਰਵਾਈ ਆ ਨਾ, ਜਿਹੜੀ ਉਹ 250 ਸਾਲ ਸਾਡੀ ਟ੍ਰੇਨਿੰਗ ਚੱਲੀ ਆ, ਉਸ ਟ੍ਰੇਨਿੰਗ 'ਚ ਸਾਨੂੰ ਸਟੈਪ ਬਾਏ ਸਟੈਪ ਚੀਜ਼ਾਂ ਕਰ ਕਰਕੇ ਦੱਸੀਆਂ ਨੇ। ਔਰ ਫਿਰ ਸਾਨੂੰ ਜਦੋਂ ਅਸੀਂ 5 ਸਿਰ ਦੇਣ ਦੇ ਕਾਬਿਲ ਹੋ ਗਏ ਨਾ, ਉਦੋਂ ਉਹਨਾਂ ਨੇ ਫਿਰ ਗੁਰਿਆਈ ਜਿਹੜੀ ਆ ਉਹ ਖਾਲਸਾ ਪੰਥ ਨੂੰ ਦਿੱਤੀ ਆ ਤੇ ਨਾਲੇ ਗ੍ਰੰਥ ਨੂੰ ਦਿੱਤੀ ਆ। ਫਿਰ ਹੁੰਦਾ ਇਹ ਕੰਮ। ਸੋ ਇਹ ਗੱਲ ਆਪਾਂ ਨੂੰ ਸਮਝਣੀ ਜ਼ਰੂਰੀ ਆ। ਸੋ ਮੰਗਤ ਪੱਖ ਦੇ ਵਿੱਚੋਂ ਨਿਕਲ ਕੇ ਦਾਤੇ ਪੱਖ ਵੱਲ ਵੀ ਆਉਣ ਦਾ ਤਰੀਕਾ ਇਹੀ ਆ, ਕਿਉਂਕਿ ਜਿਹੜਾ ਬੰਦਾ ਇਸੇ ਚੀਜ਼ ਤੋਂ ਡਰੂਗਾ, ਦੇਖੋ ਜਿਹਨੂੰ ਵੀ ਇਹ ਲੱਗਣਾ ਸ਼ੁਰੂ ਹੋ ਜਾਂਦਾ ਨਾ ਕਿ ਮੈਂ ਤਾਂ ਕਦੀ ਮਰਨਾ ਹੀ ਨਹੀਂ, ਹੈ ਨਾ। ਜਿੰਨੇ ਵੀ ਲੋਕ ਸਾਡੇ ਆਸ-ਪਾਸ, ਜਿਹੜੇ ਤੁਸੀਂ ਵੀ ਕਦੀ ਜਿਹਨੂੰ ਜਾਣਦੇ ਹੋਵੋ, ਜਰਾ ਆਪਣੇ ਆਸ-ਪਾਸ ਦਿਮਾਗ ਲਾ ਕੇ ਦੇਖਿਓ ਜੇ, ਜਿਹੜੇ ਪੈਸਾ ਇਕੱਠਾ ਕਰਦੇ ਆ, ਉਹ ਭੱਜੇ ਫਿਰਦੇ ਆ ਪੈਸਾ ਇਕੱਠਾ ਕਰਨ ਦੇ ਵਿੱਚ। ਉਹ ਆਉਣ ਵਾਲੇ 20 ਸਾਲਾਂ ਦਾ ਵੀ ਪਲਾਨ ਬਣਾ ਕੇ ਬੈਠੇ। ਪਲਾਨ ਬਣਾਉਣੇ ਜ਼ਰੂਰੀ ਆ, ਇਟਸ ਵੈਰੀ ਇੰਪੋਰਟੈਂਟ, ਪਰ ਜਿਸ ਤਰੀਕੇ ਨਾਲ ਉਹ ਬਣਾ ਕੇ ਬੈਠੇ ਹੁੰਦੇ ਆ, ਉਹ ਇਸ ਤਰੀਕੇ ਨਾਲ ਕਿ ਸ਼ਾਇਦ ਅਸੀਂ ਕਦੀ ਦੁਨੀਆ ਤੋਂ ਜਾਣਾ ਹੀ ਨਹੀਂ। ਔਰ ਇਸੇ ਚੱਕਰ ਦੇ ਵਿੱਚ ਕਿ ਦੁਨੀਆ ਤੋਂ ਅਸੀਂ ਕਦੀ ਜਾਣਾ ਹੀ ਨਹੀਂ, ਉਹ ਹਰ ਤਰ੍ਹਾਂ ਦਾ ਗਲਤ ਕੰਮ ਵੀ ਕਰਨ ਨੂੰ ਤਿਆਰ ਹੋ ਜਾਂਦੇ ਆ ਕਿ ਅਸੀਂ ਪੈਸਾ ਇਕੱਠਾ ਕਰ ਲਈਏ, ਜਿੰਨਾ ਹੋ ਸਕੇ ਓਨਾ ਪੈਸਾ ਇਕੱਠਾ ਕਰ ਲਈਏ, ਹੈ ਨਾ। ਸੋ ਮੰਗਤ ਪੱਖ ਦੇ ਵਿੱਚੋਂ ਉੱਠ ਕੇ ਦੇਣ ਵਾਲੇ ਪੱਖ ਦੇ ਵਿੱਚ ਬੰਦਾ ਉਦੋਂ ਹੀ ਆ ਸਕਦਾ ਜਦੋਂ ਉਸ ਨੂੰ ਸਭ ਤੋਂ ਪਹਿਲਾਂ ਤਾਂ ਇਸ ਜੀਵਨ ਦੇ ਨਾਲ ਜਿਹੜਾ ਮੋਹ ਆ ਨਾ, ਉਹ ਤਿਆਗ ਦੇ ਕਿ ਠੀਕ ਹੈ, ਜਿੰਨਾ ਚਿਰ ਜੀਊਂਗਾ ਓਨਾ ਚਿਰ ਮੈਂ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਇੱਜ਼ਤ ਦੇ ਨਾਲ ਔਰ ਪੂਰੀ ਡਿਟਰਮੀਨੇਸ਼ਨ ਦੇ ਨਾਲ ਜੀਊਂਗਾ। ਇਹ ਨਹੀਂ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਜੀਣਾ ਸਾਨੂੰ ਮਨਜ਼ੂਰ ਨਹੀਂ। ਕਿੱਡੀ ਖੂਬਸੂਰਤ ਗੱਲ ਹੈ, ਇਹਦੇ ਵਿੱਚੋਂ ਹੀ ਇਹ ਨਿਕਲ ਕੇ ਆਉਂਦੀ ਆ। ਸਾਡੀ ਟ੍ਰੇਨਿੰਗ ਕਿਸ ਤਰੀਕੇ ਨਾਲ ਗੁਰੂ ਮਹਾਰਾਜ ਨੇ ਕੀਤੀ ਆ ਕਿ ਕਿਸੇ ਸਰਕਾਰ ਨੇ ਅਗਰ ਕਿਸੇ ਕੋਲੋਂ ਟੈਕਸ ਵਸੂਲਣਾ ਹੋਵੇ ਜਾਂ ਉਹਨਾਂ ਟੈਕਸ ਵਧਾਉਣਾ ਹੋਵੇ ਨਾ, ਤਾਂ ਉਹਨਾਂ ਨੂੰ ਉਹਦੇ ਵਾਸਤੇ ਪੂਰਾ ਇੱਕ ਹੋਮਵਰਕ ਕਰਨਾ ਪੈਂਦਾ, ਫਿਰ ਕਈ ਵਾਰੀ ਪ੍ਰੋਟੈਸਟ ਦਾ ਸਾਹਮਣਾ ਵੀ ਕਰਨਾ ਪੈਂਦਾ। ਔਰ ਕਿੱਡੀ ਖੂਬਸੂਰਤ ਗੱਲ ਹੈ ਕਿ ਸਿੱਖ ਜਿਹੜੇ ਨੇ ਉਹ ਦਸਵੰਧ ਕੱਢਣ ਲੱਗਿਆ 1 ਮਿੰਟ ਨਹੀਂ ਲਾਉਂਦੇ, ਉਹ ਖੁਸ਼ ਹੁੰਦੇ ਨੇ ਦੇ ਕੇ। ਉਹਨਾਂ ਨੂੰ ਚਾਅ ਚੜ੍ਹ ਜਾਂਦਾ ਜਦੋਂ ਆਪਣੇ ਗੁਰੂ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਕੋਈ ਸੇਵਾ ਕਰਨੀ ਹੁੰਦੀ ਆ। ਕਿਸੇ ਵੀ ਤੁਸੀਂ TV ਚੈਨਲ 'ਤੇ ਦੇਖ ਲਓ, ਕਿਸੇ ਜਗ੍ਹਾ ਦੇ ਉੱਤੇ ਕਿਸੇ ਦੀ ਵੀ ਸੇਵਾ ਦੀ ਅਪੀਲ ਆਉਂਦੀ ਹੈ ਅਤੇ ਸਾਡੇ ਸਿੱਖ ਜਿਹੜੇ ਉਹ ਆਪਣੇ ਆਪ ਅੱਗੇ ਹੋ ਕੇ ਦਿੰਦੇ ਆ, ਔਰ ਉੱਥੇ ਉਹਨਾਂ ਦੀ ਕੋਈ ਫੇਸ ਨਹੀਂ ਦਿਖਾਇਆ ਜਾ ਰਿਹਾ ਹੁੰਦਾ, ਪਰ ਉਹ ਦੇ ਰਹੇ ਹੁੰਦੇ ਆ। ਇਹ ਜਿਹੜੀ ਇੱਕ ਬਿਰਤੀ ਸਾਡੀ ਬਣਾਈ ਆ ਨਾ ਕਿ ਸਾਨੂੰ ਉਹ ਮੰਗਤ ਪੱਖ 'ਚੋਂ ਕੱਢ ਕੇ ਗੁਰੂ ਸਾਹਿਬ ਨੇ ਇੱਕ ਦੇਣ ਵਾਲੇ ਪੱਖ ਦੇ ਵਿੱਚ ਖੜਾ ਕਰ ਦਿੱਤਾ। ਉਹ ਬਿਰਤੀ ਸਾਡੀ ਰਾਤੋਂ ਰਾਤ ਨਹੀਂ ਬਣੀ, ਜਾਂ ਇਹ ਸਾਡੀ ਕੋਈ ਮਹਾਨਤਾ ਨਹੀਂ ਆ। ਆਪਾਂ ਅਕਸਰ ਇਹ ਸੋਚ ਲੈਂਦੇ ਕਿ ਸ਼ਾਇਦ ਮੈਂ ਬਹੁਤ ਮਹਾਨ ਆ ਕਿ ਜਿਹੜਾ ਮੈਂ ਪੈਸੇ ਦੇ ਰਿਹਾ। ਸਾਡੀ ਇਹ ਟ੍ਰੇਨਿੰਗ ਹੋਈ ਆ, ਇਹ ਸਾਡੀ ਆਦਤ ਬਣ ਚੁੱਕੀ ਆ। ਇੰਨਾ ਲੰਬਾ ਸਮਾਂ ਗੁਰੂ ਮਹਾਰਾਜ ਨੇ ਸਾਡੀ ਇਹ ਟ੍ਰੇਨਿੰਗ ਕਰਵਾਈ ਆ ਦਸਵੰਧ ਵਾਲੀ ਕਿ ਹੁਣ ਇਹ ਸਾਡੀ ਆਦਤ ਬਣ ਚੁੱਕੀ ਆ। ਅਸੀਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਦੇ ਵਿੱਚ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਜੇ ਕੋਈ ਹੈਲਪ ਮੈਂ ਕਰ ਸਕਦਾ ਤਾਂ ਮੈਂ ਜ਼ਰੂਰ ਕਰਾਂ, ਕਿਉਂਕਿ ਇੱਕ ਸਿੱਖ ਨੂੰ ਟ੍ਰੇਨਿੰਗ ਹੀ ਇਹ ਮਿਲੀ ਆ, ਗੁਰੂ ਮਹਾਰਾਜ ਦੇ ਰਾਜ ਦੇ ਵਿੱਚ ਟ੍ਰੇਨਿੰਗ ਹੀ ਇਹ ਮਿਲੀ ਆ ਕਿ ਤੁਸੀਂ ਰਾਜੇ ਹੋ, ਤੇ ਜਿਹੜਾ ਕੋਈ ਤੁਹਾਡੇ ਰਾਜ ਦੇ ਵਿੱਚ ਦੁਖੀ ਆ ਫਿਰ ਤੁਸੀਂ ਚੰਗੇ ਰਾਜੇ ਨਾ ਹੋਏ। ਤਾਂ ਇਹ ਗੁਰੂ ਮਹਾਰਾਜ ਨੇ ਸਾਡੀ ਟ੍ਰੇਨਿੰਗ ਕਰਾਈ ਆ। ਇਸ ਗੱਲ ਨੂੰ ਸਾਨੂੰ ਸਮਝਣਾ ਪਊਗਾ। ਹੁਣ ਜਿਹੜਾ ਬੰਦਾ ਵੀ, ਇੱਕ ਗੱਲ ਆਪਾਂ ਇਹਦੇ ਨਾਲ ਹੁਣ ਇਹਨੂੰ ਵੀ ਸਮਝ ਲਈਏ ਕਿ ਜਦੋਂ ਕੋਈ ਬੰਦਾ ਮੋਹ ਦੇ ਵਿੱਚ ਕਾਬੂ ਹੈ, ਜਦੋਂ ਕੋਈ ਬੰਦਾ ਉਸ ਨੂੰ ਆਪਣੇ ਬੱਚਿਆਂ ਦਾ ਹੀ ਮੋਹ ਮਾਰੀ ਜਾ ਰਿਹਾ ਕਿ ਮੈਂ ਜੋ ਕਮਾਉਣਾ ਆਪਣੇ ਬੱਚਿਆਂ ਲਈ ਕਮਾਉਣਾ, ਮੈਂ ਜੋ ਕਰਨਾ ਉਹ ਆਪਣੇ ਬੱਚਿਆਂ ਲਈ, ਉਹਨੂੰ ਆਪਣੇ ਬੱਚੇ ਆਪਣੇ ਘਰਦਿਆਂ ਦਾ ਚੀਜ਼ਾਂ ਦਾ ਲੋਭ ਹੋ ਗਿਆ ਕਿ ਹੋਰ ਆ ਜੇ ਮੇਰੇ ਕੋਲ, ਹੋਰ ਮੇਰੇ ਕੋਲ ਲੋਭ, ਹੋਰ ਆ ਜੇ। ਉਹ ਐਸਾ ਬੰਦਾ ਕਦੀ ਵੀ ਦੇ ਨਹੀਂ ਸਕਦਾ, ਉਹ ਹੱਥ ਘੁੱਟ ਕੇ ਰੱਖੂਗਾ। ਉਸ ਨੂੰ ਇਹ ਲੱਗੂਗਾ ਕਿ ਨਹੀਂ ਮੈਂ ਕਿਸੇ ਦੀ ਮਦਦ ਨਹੀਂ ਕਰਨੀ, ਮੈਂ ਪਹਿਲਾਂ ਆਪਣੇ ਬੱਚਿਆਂ ਦਾ ਸੋਚਾਂ। ਆਪਣੇ ਬੱਚਿਆਂ ਦੇ ਨਾਲ ਬਾਕੀਆਂ ਦੇ ਬਾਰੇ ਵੀ ਸੋਚਣ ਵਾਲਾ ਉਹੀ ਇਨਸਾਨ ਹੋ ਸਕਦਾ ਜਿਹਨੇ ਗੁਰੂ ਦੀ ਕਿਰਪਾ ਦੇ ਨਾਲ ਮੋਹ ਤੇ ਲੋਭ ਦੇ ਉੱਤੇ ਜਿਹੜਾ ਨਾ ਉਹ ਕਾਬੂ ਪਾ ਲਿਆ ਹੋਵੇ। ਸੋ ਇਸ ਕਰਕੇ ਆਪਾਂ ਜਿਹੜੀ ਸਾਡੀ ਟ੍ਰੇਨਿੰਗ ਹੋਈ ਆ ਉਹਨੂੰ ਸਟੈਪ ਬਾਏ ਸਟੈਪ ਸਮਝੀਏ। ਇਸ ਤੋਂ ਅਗਲਾ ਜਿਹੜਾ ਨੈਕਸਟ ਐਪੀਸੋਡ ਆ ਉਹਦੇ ਵਿੱਚ ਜਦੋਂ ਮੈਂ ਗੱਲ ਕਰੂੰਗੀ ਤਾਂ ਇਸੇ ਤੋਂ ਹੀ ਆਪਾਂ ਅੱਗੇ ਗੱਲ ਕਰਨੀ ਸ਼ੁਰੂ ਕਰਾਂਗੇ ਕਿ ਗੁਰੂ ਮਹਾਰਾਜ ਨੇ ਸਾਡੇ ਨਾਲ ਅਰੋਗਤਾ ਦਾ, ਮਾਨਸਿਕ ਤੇ ਵੈਸੇ ਸਰੀਰਕ ਅਰੋਗਤਾ ਦਾ ਜਿਹੜਾ ਵਾਅਦਾ ਕੀਤਾ ਉਹ ਕਿੱਦਾਂ ਪੂਰਾ ਹੋ ਸਕਦਾ, ਔਰ ਕਿਉਂ ਇਹ ਐਸਾ ਕਿਉਂ ਆ ਕਿ ਸਾਨੂੰ ਸਾਰੇ ਪਾਸਿਓਂ ਬਿਮਾਰੀਆਂ ਨੇ ਕਿਉਂ ਜਕੜਿਆ ਹੋਇਆ। ਇਹ ਅਗਲੇ ਐਪੀਸੋਡ ਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ
Spotify, Google Podcast, Amazon Audible ਅਤੇ Apple Podcast ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ।